संगत जीओ वाहिगुरु जी का खालसा वाहिगुरु जी की फतेह। अज दे इस सैशन दे विच आसा की वार दे उत्ते आपां विचार गोष्ठी करनी आ। गुरु पातशाह रहमत करन कि अपनी रहमत दे सदका सानू बहुत डंगाई तक जिहड़ा इस प्रति विचार गोष्ठी करन दा बल प्रदान करन, क्योंकि सैशन 2 ने। मैं पहला क्योंकि आसा की वार, आसा की है तो वार की है तो टुंडे सराजे की धुनी की है, क्योंकि अमृत वेले असीं सारे ही सरोते हाँ। खास करके जदों दा PTC तो जां ETC तो हरमंदर साहिब तो कीर्तन शुरू होया तो विश्व भर दे विच सवेरे आसा दी वार साडा सारा ही सिख भाईचारा वड्डी गिणती विच ही सवेरे उन्होंने सरवण करता है। और साडी मर्यादा भी है, साडियां वड्डियां शहरां विच जिथे भी कीर्तन की मर्यादा चलती है उत्थे आसा की वार दा जिहड़ा कीर्तन हुंदा, क्योंकि अज साडी बोली च आसा दी वार शब्द आ जाता है। पर साडे चेयरमैन साहब बड़े दूरअंदेश ने, उन्होंने जो गुरु ग्रंथ साहिब का टाइटल है आसा की कक्के नाल, वो की शब्द ही उहदे विच वरत्या गया। तुहाडा जो शेड्यूल बनिया होया 462 अंक तो लैके 474 गुरु ग्रंथ साहिब महाराज जी के अंक के उत्ते ये 12 जिहड़े है अंक दे विच ये दर्ज है। राग बारे असीं समझदे हां कि जे 31 राग ने गुरु ग्रंथ साहिब जी दे विच, आसा राग जिहड़ा ये देसी एक शुद्ध रागणी मन्निया जांदा है। इहदे विच सारियां ही शुद्ध सुरां लगदियां ने। जिवें असीं संगीत वाले, मैं थोड़ा जिहा संगीत का विद्यार्थी हाँ, जदों असीं गाउने आ सारे गामा पादा नी सा, ये साडा एक सप्तक है। ये 7 स्वरां दा 7 तो बनिया सप्तक ते 7 स्वरां दी सारी ये खेड है संगीत दे विच। और इन्हां 7 स्वरां दे विच 2 स्वर शुद्ध हुंदे आ, एक सा ते एक पा। ਜਿਹੜੇ ਬੱਚੇ ਕਲਾਸੀਕਲ ਸੰਗੀਤ ਜਾਂ ਗੁਰਮੁਖ ਪਿਆਰੇ ਕੋ ਜਾਣਦੇ ਹੋਣਗੇ, ਜਿਹੜੀ ਸਾਡੀ ਵੋਕਲ ਦੀ ਜਿੰਨੀ ਐਜੂਕੇਸ਼ਨ ਹੈ ਮਿਊਜ਼ਿਕ ਵੋਕਲ ਦੀ, ਉਹਦੇ ਵਿੱਚ ਸਾਨੂੰ ਹਾਰਮੋਨੀਅਮ ਵਜਾਉਣ ਦਾ ਆਦੇਸ਼ ਨਹੀਂ ਹੁੰਦਾ। ਤਾਨਪੁਰੇ ਦੇ ਉੱਤੇ ਕੇਵਲ ਸਾ ਤੇ ਪਾ ਨੱਪ ਕੇ ਗਲ ਦੀਆਂ ਹਰਕਤਾਂ ਦੇ ਨਾਲ ਰਾਗ ਪੇਸ਼ ਕਰਨਾ ਹੁੰਦਾ। ਅਸਲ ਕਲਾਸੀਕਲ ਦਾ ਗਾਇਕ ਉਹ ਹੁੰਦਾ ਜਿਹੜਾ ਹਾਰਮੋਨੀਅਮ ਤੋਂ ਬਿਨਾਂ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰ ਸਕਦਾ। ਇਸ ਤਰ੍ਹਾਂ ਦੇ ਸਾਡੇ ਕੋਲੇ ਬਹੁਤ ਥੋੜ੍ਹੇ ਰਾਗੀ ਨੇ ਹਾਲੇ ਵੀ ਪੰਥ ਦੇ ਵਿੱਚ, ਜਿਹੜੇ ਬਿਨਾਂ ਹਾਰਮੋਨੀਅਮ ਦੀ ਮਦਦ ਤੋਂ ਤਬਲੇ ਦੇ ਨਾਲ ਔਰ ਤੰਤੀ ਸਾਜ਼ ਦੇ ਨਾਲ ਕੀਰਤਨ ਕਰ ਸਕਦੇ ਹੋਣ, ਕਿਉਂਕਿ ਉਹਦੇ ਵਿੱਚ ਸਵਰਾਂ ਗਲ 'ਚੋਂ ਬਣਾਉਣੀਆਂ ਪੈਂਦੀਆਂ, ਅੱਗੋਂ ਹੈਲਪ ਨਹੀਂ ਮਿਲਦੀ। ਇਹ ਸਾ ਤੇ ਪਾ 2 ਸ਼ੁੱਧ ਹੁੰਦੇ ਆ। ਇੱਕ ਜਿਹੜੇ ਰੇ ਤੇ ਗਾ, ਇਹਨੂੰ ਅਸੀਂ ਕੋਮਲ ਸਵਰਾਂ ਕਹਿੰਦੇ ਆ। ਕੋਮਲ ਹੁੰਦਾ ਅੱਧੀ ਸਵਰ ਵਿੱਚ ਇੱਕ ਹੋਰ ਹੁੰਦੀ ਆ। ਜਦੋਂ ਅਸੀਂ ਹਾਰਮੋਨੀਅਮ ਜਿਹੜੇ ਜਾਣਦੇ ਨੇ, ਇੱਕ ਸਾ ਸ਼ੁੱਧ, ਇੱਕ ਰੇ ਸ਼ੁੱਧ ਤੇ ਇੱਕ ਰੇ ਕੋਮਲ, ਇੱਕ ਗਾ ਸ਼ੁੱਧ ਤੇ ਗਾ ਕੋਮਲ। ਜਦੋਂ ਮਾਂ ਆਉਂਦੀ ਆ, ਮਾਂ ਕੋਮਲ ਨਹੀਂ ਹੁੰਦੀ, ਮਾਂ ਨੂੰ ਤੀਵਰ ਕਹਿੰਦੇ ਨੇ। ਮਾਂ ਉਹ ਜਦੋਂ ਬੋਲਦੇ ਮਾਂ ਤੇ ਅੱਧਾ ਸਵਰ ਉੱਚਾ ਬੋਲਿਆ ਜਾਂਦਾ। ਪਾ ਸ਼ੁੱਧ ਹੁੰਦਾ, ਇਹਦੀ ਨਾ ਕੋਮਲ ਨਾ ਤੀਵਰ, ਧਾ ਤੇ ਨਹੀਂ, ਇਹ ਵੀ 2 ਕੋਮਲ ਸਵਰਾਂ ਹੁੰਦੀਆਂ। ਅੱਧੀਆਂ ਅੱਧੀਆਂ ਸਵਰਾਂ ਵੀ ਰਾਗ ਵਿੱਚ ਲੱਗਦੀਆਂ ਨੇ। ਤੇ ਜਦੋਂ ਅਸੀਂ ਬੋਲਦੇ ਆ ਨਾ, ਇੱਕ ਮੰਦਰ ਸਪਤਕ, ਇੱਕ ਮੱਧ ਸਪਤਕ, ਇੱਕ ਤਾਰ ਸਪਤਕ। ਸਪੋਜ਼ ਮੇਰਾ ਤੁਸੀਂ ਬੋਲਦੇ ਸਾ ਰੇ ਗਾ ਮਾਂ ਪਾ ਦਾ ਨੀ ਸਾ ਨੀ ਦਾ ਪਾ ਮਾਂ ਗਾ ਰੇ ਸਾ ਨੀ ਦਾ ਪਾ, ਇਹ ਥੱਲੇ ਵਾਲੀ ਮੰਦਰ ਸਪਤਕ ਆ। ਜਦੋਂ ਸਾ ਤੋਂ ਉੱਪਰ ਜਾਂਦੇ ਨੇ ਰਾਗੀ, ਰੇ ਗਾ ਮਾਂ ਪਾ ਤੱਕ ਬਹੁਤਿਆਂ ਦੀ ਆਵਾਜ਼ ਚੱਲਦੀ, ਇਹਨੂੰ ਤਾਰ ਸਪਤਕ ਕਹਿੰਦੇ ਨੇ। ਇਹ ਜਿਹੜਾ ਆਸਾ ਰਾਗ ਆ, ਇਹਦੇ ਵਿੱਚ ਸਾਰੀਆਂ ਹੀ ਸ਼ੁੱਧ ਸੁਰਾਂ ਲੱਗਦੀਆਂ ਨੇ। ਇਹਦੇ ਵਿੱਚ ਕੋਈ ਕੋਮਲ ਸਵਰ ਨਹੀਂ, ਕੋਈ ਤੀਵਰ ਸਵਰ ਨਹੀਂ, ਬਿਲਕੁਲ ਸਿੰਪਲ। ਅਗਾਂਹ ਨੂੰ ਪੂਰੀਆਂ ਸਵਰਾਂ ਲਈ ਜਾਣੀਆਂ, ਸਾਰੇ ਗਾਮਾ ਪਾਦਾ ਨੀ ਸਾ, ਸਾ ਨੀ ਦਾ ਪਾ ਮਾਂਗਾ ਰੇ ਸਾ। ਉਹਦੇ ਵਿੱਚ ਇਹ ਗਾਇਆ ਜਾਂਦਾ। ਇਹਦੇ ਗਾਉਣ ਦੇ 2 ਸਮੇਂ ਨੇ, ਇੱਕ ਤਾਂ ਅੰਮ੍ਰਿਤ ਵੇਲੇ, ਇੱਕ ਸ਼ਾਮ ਵੇਲੇ। ਇਸੇ ਲਈ ਜਿਹੜੀ ਸੋਦਰ ਦੀ ਚੌਂਕੀ ਆ ਨਾ, ਇਹ ਆਸਾ ਰਾਗ ਵਿੱਚ ਇਸ ਲਈ ਗਾਈ ਜਾ ਸਕਦੀ ਆ ਕਿ ਇਹ ਸ਼ਾਮ ਨੂੰ ਵੀ ਗਾਇਆ ਜਾਂਦਾ, ਅੰਮ੍ਰਿਤ ਵੇਲੇ ਵੀ ਗਾਇਆ ਜਾਂਦਾ, ਕਿਉਂਕਿ ਰਾਗਾਂ ਦਾ ਵੀ ਸਮਾਂ ਹੈ। ਤਾਂ ਇਹ ਕਹਿੰਦੇ ਨਾ ਵੇਲੇ ਦਾ ਰਾਗ, ਕਵੇਲੇ ਦੀਆਂ ਟੱਕਰਾਂ। ਰਾਗ ਉਹ ਹੁੰਦਾ ਜਿਹੜਾ ਸਮੇਂ 'ਤੇ ਪੜ੍ਹਿਆ ਜਾਵੇ। ਹੁਣ ਸਵੇਰ ਵਾਲਾ ਰਾਗ ਦੁਪਹਿਰੇ ਗਾਉਣ ਡਿਆ ਹੋਵੇ, ਦੁਪਹਿਰ ਵਾਲਾ ਰਾਤ ਨੂੰ ਗਾ ਰਿਹਾ ਹੋਵੇ, ਤੇ ਜਿਹੜਾ ਬਰਸਾਤਾਂ ਦੀ ਰੁੱਤ 'ਚ ਗਾਉਣਾ ਉਹ ਔੜ ਲੱਗੀ ਤੋਂ ਹਾੜ ਦੇ ਮਹੀਨੇ 'ਚ ਗਾਈ ਜਾਵੇ, ਤੇ ਜਿਹੜਾ ਮੀਂਹ ਪਾਉਣ ਲਈ ਗਾਉਣਾ ਉਹ ਹਾੜਾਂ ਤੋਂ ਗਾਈ ਜਾਵੇ, ਤੇ ਉਹਨਾਂ ਦਾ ਤਾਲਮੇਲ ਨਹੀਂ ਮਿਲਦਾ। ਇਹ ਸੰਗੀਤ ਦੀ ਇੱਕ ਸਾਧਨਾ ਹੈ।
ਇਹਨੂੰ ਅਸੀਂ ਕਹਿੰਦੇ ਆਸਾ ਰਾਗ, ਜਿਹੜਾ ਸ਼ੁੱਧ ਸਵਰਾਂ ਦਾ ਰਾਗ ਹੈ। ਇਹ ਸਭ ਤੋਂ ਪਹਿਲਾਂ ਸਰਲ ਜਿਹੇ ਰੂਪ ਵਿੱਚ ਸਾਨੂੰ ਸਿਖਾ ਦਿੱਤਾ ਜਾਂਦਾ, ਕਿਉਂਕਿ ਇਹਦੇ ਵਿੱਚ ਆਵਾਜ਼ ਨੂੰ ਬਹੁਤਾ ਬਦਲਣਾ ਨਹੀਂ ਪੈਂਦਾ। ਦੂਸਰਾ, ਜਿਹੜੀ ਵਾਰ ਹੈ, ਜਿਸ ਤਰ੍ਹਾਂ ਚੇਅਰਮੈਨ ਸਾਹਿਬ ਹੋਰਾਂ ਨੇ ਬਚਨ ਕੀਤਾ, ਵਾਰ ਜਿਹੜੀ ਯੋਧਿਆਂ ਦੀ ਗਾਈ ਜਾਂਦੀ ਹੈ, ਕਿਉਂਕਿ ਜਿਹੜੀ ਭਾਰਤੀ ਪਰੰਪਰਾ ਦੇ ਵਿੱਚ ਕਹਿੰਦੇ ਜਿਹੜੇ ਯੂਨਾਨੀ ਆ ਅਤੇ ਪੰਜਾਬੀ ਹੈ, ਇਹਨਾਂ ਦਾ ਬਹੁਤ ਕੁਝ ਮਿਲਦਾ। ਇੱਥੋਂ ਤੱਕ ਇਹਨਾਂ ਦੀ ਲਿਪੀ ਵੀ ਮਿਲਦੀ ਆ, ਜਿਹੜੀ ਆ ਸਾਡੀ ਗੁਰਮੁਖੀ ਲਿਪੀ ਆ ਨਾ, ਊੜਾ ਐੜਾ ਈੜੀ ਸੱਸਾ ਹਾਹਾ, ਇਹ ਯੂਨਾਨੀਆਂ ਦੀ ਲਿਪੀ ਵਿੱਚ ਵੀ ਸ਼ਬਦ ਹੈਗੇ ਨੇ। ਅਤੇ ਖਾਸ ਕਰਕੇ ਜਿਹੜੀ ਬ੍ਰਹਮੀ ਲਿਪੀ ਆ, ਬ੍ਰਹਮੀ ਲਿਪੀ ਤੋਂ ਅਸੀਂ ਗੁਰਮੁਖੀ ਲਿਪੀ ਦੇ ਅੱਖਰ ਪਰਿਵਰਤਿਤ ਹੋਏ ਨੇ, ਅਤੇ ਬ੍ਰਹਮੀ ਲਿਪੀ ਯੂਨਾਨੀਆਂ ਨਾਲ ਮਿਲਦੀ ਆ, ਅਤੇ ਅੱਖਰ ਉਹਨਾਂ ਦੇ ਵਿੱਚ ਵੀ ਇਹ ਹੈਗੇ ਨੇ। ਜਿਹੜੇ ਕਿੱਸੇ ਅਸੀਂ ਪੰਜਾਬੀ ਬੋਲਦੇ ਹਾਂ, ਸੋਹਣੀ ਮਹੀਂਵਾਲ ਸੱਸੀ ਪੁੰਨੂ, ਇਹ ਯੂਨਾਨੀਆਂ ਦੇ ਕਿੱਸੇ ਵੀ ਹੈਗੇ ਆ। ਅਤੇ ਯੂਨਾਨੀ ਇੱਕ ਵਾਰ ਗਾਉਂਦੇ ਆ ਜਿਹਦਾ ਨਾਮ ਹੈ ਓਡ। ਓਡ ਨਾਮ ਦੀ ਜਿਹੜੀ ਗਾਇਕੀ ਆ ਉਹ ਸਰੰਗੀ ਨਾਲ ਗਾਈ ਜਾਂਦੀ ਆ, ਅਤੇ ਸਰੰਗੀ ਵਿੱਚ ਗਾਉਣ ਵਾਲੀ ਇੱਕ ਪਾਰਟੀ ਪਹਿਲਾਂ ਅੱਗੇ ਹੁੰਦੀ ਆ ਅਤੇ ਦੋ ਜਾਣੇ ਪਿੱਛੇ ਹੁੰਦੇ ਆ, ਫਿਰ ਉਹ ਦੋ ਜਾਣੇ ਵਾਰ ਕਰਨ ਲਈ ਅੱਗੇ ਆਉਂਦੇ ਆ ਅਤੇ ਇੱਕ ਜਾਣਾ ਪਿੱਛੇ ਹੋ ਜਾਂਦਾ। ਇਹ ਸਾਡੀ ਢਾਡੀਆਂ ਦੀ, ਆਪਾਂ ਢਾਡੀ ਜਦੋਂ ਸੁਣਦੇ ਆ ਨਾ, ਉਹ ਇੱਕ ਜਾਣਾ ਅੱਗੇ ਲੀਡ ਕਰਦਾ, ਦੋ ਜਾਣੇ ਢੱਡਾਂ ਵਾਲੇ ਫਿਰ ਉਹਦਾ ਸਾਥ ਦਿੰਦੇ ਨੇ, ਫਿਰ ਉਹ ਪਿੱਛੇ ਹਟ ਜਾਂਦੇ ਨੇ, ਉਹ ਅੱਗੇ ਹੁੰਦਾ। ਇਹ ਯੂਨਾਨੀ ਸਾਹਿਤ ਦੇ ਵਿੱਚ ਜਿਹੜੀ ਓਡ ਨਾਮ ਦੀ ਗਾਇਕੀ ਹੈ, ਉਹ ਪੰਜਾਬੀ ਵਿੱਚ ਵਾਰ ਹੈ। ਅਤੇ ਵਾਰ ਜਿਹੜੀ ਆ ਭਾਵੇਂ ਪ੍ਰਪੱਕ ਰੂਪ ਵਿੱਚ ਤਾਂ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਅਕਾਲ ਤਖਤ ਦੀ ਜਦੋਂ ਸਿਰਜਣਾ ਹੋਈ ਅਤੇ ਨੱਥੇ ਅਬਦੁੱਲੇ ਨੇ ਗਾਈ ਆ, ਜਿਹੜੀ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਛੇਵੇਂ ਪਾਤਸ਼ਾਹ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਵੀ ਪੱਗ ਤੇ ਤੁਹਾਡੀ ਦਸਤਾਰ ਤੇ ਤੁਹਾਡੀ ਸ਼ੋਭਦੀ ਆ, ਜਹਾਂਗੀਰ ਦੀ ਕਿਹੜੀ ਦਸਤਾਰ ਹੋਈ। ਇਹ ਵਾਰ ਜਿਹੜੀ ਸਾਡੀ ਢਾਡੀ ਪਰੰਪਰਾ ਵਿੱਚ ਤਾਂ ਛੇਵੇਂ ਪਾਤਸ਼ਾਹ ਵੇਲੇ ਤੋਂ ਆਈ, ਪਰ ਜਿਹੜੀ ਵਾਰ ਦੀ ਗਾਇਕੀ ਆ ਇਹ ਹਿੰਦੁਸਤਾਨ ਵਿੱਚ ਬਹੁਤ ਪੁਰਾਣੀ ਸੀ, ਕਿਉਂਕਿ ਆਮ ਤੌਰ 'ਤੇ ਜਿਹੜੇ ਇਸ ਧਰਤੀ ਦੇ ਲੋਕ ਆ ਨਾ, ਇਹ ਲੜਨ ਵਾਲਿਆਂ ਦੀਆਂ ਹੀ ਵਾਰਾਂ ਗਾਉਂਦੇ ਹੁੰਦੇ ਸਨ। ਇਸੇ ਲਈ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲੋਕ ਆ ਨਾ, ਸਾਡੇ ਅੰਮ੍ਰਿਤਸਰ ਦੀ ਮੱਸਿਆ ਭਰਦੀ ਹੈ, ਵਿਸਾਖੀ ਦਮਦਮਾ ਸਾਹਿਬ ਦੀ, ਕੇਸਗੜ੍ਹ ਸਾਹਿਬ ਦੀ, ਅਤੇ ਜਿਹੜੀ ਮੱਸਿਆ ਤਰਨ ਤਾਰਨ ਸਾਹਿਬ ਦੀ, ਅਤੇ ਜਿਹੜਾ ਇੱਕ ਜੋੜ ਮੇਲਾ ਮੁਕਤਸਰ ਸਾਹਿਬ ਦਾ, ਸਾਰੀ ਰਾਤ ਸਾਡੇ ਲੋਕ ਬਹੁਤ ਵਧੀਆ ਦੀਵਾਨ ਸੁਣਦੇ ਆ, ਸਰੰਗੀ ਨਾਲ, ਤੰਤੀ ਸਾਜ਼ਾਂ ਨਾਲ, ਹਾਰਮੋਨੀਅਮ ਨਾਲ। ਸਵੇਰੇ ਉੱਠ ਕੇ 98% ਲੋਕ ਨਾ ਸਰੰਗੀ ਖਰੀਦਦੇ ਆ, ਨਾ ਹਾਰਮੋਨੀਅਮ ਖਰੀਦਦੇ ਆ, ਨਾ ਢੱਡ ਖਰੀਦਦੇ ਆ, ਨਾ ਕੋਈ ਪੁਸਤਕ ਖਰੀਦਦੇ ਆ। ਸਭ ਤੋਂ ਵੱਧ ਦੁਕਾਨਾਂ ਟਕੂਆਂ ਦੀਆਂ, ਗੜਾਸਿਆਂ ਦੀਆਂ, ਕਿਰਪਾਨਾਂ ਦੀਆਂ। ਇਹ ਤੁਸੀਂ ਅੱਜ ਵੀ ਵੇਖ ਲਿਓ ਅੰਮ੍ਰਿਤਸਰ ਜਾ ਕੇ, ਕਿਤਾਬਾਂ ਦੀਆਂ ਦੁਕਾਨਾਂ 2, ਟਕੂਆਂ ਗੜਾਸਿਆਂ ਦੀਆਂ ਦੁਕਾਨਾਂ 16। ਤਰਨ ਤਾਰਨ ਜਾਓਗੇ, ਡਾਂਗਾਂ ਟਕੂਆਂ ਗੜਾਸਿਆਂ ਦੀਆਂ ਦੁਕਾਨਾਂ 10, ਕਿਤਾਬਾਂ ਦੀ ਦੁਕਾਨ 1। ਦਮਦਮੇ ਸਾਹਿਬ ਜਾਓਗੇ, ਗੜਾਸੇ ਵੇਚਣ ਵਾਲੇ 16, ਪੁਸਤਕਾਂ ਵੇਚਣ ਵਾਲਾ 1। ਤੁਸੀਂ ਮੁਕਤਸਰ ਜਾਓਗੇ, ਕਿਰਪਾਨਾਂ ਦੀਆਂ ਦੁਕਾਨਾਂ 15, ਪੁਸਤਕਾਂ ਦੀ ਦੁਕਾਨ 1। ਕਿਉਂਕਿ ਇਹਨਾਂ ਦੀ ਮਾਨਸਿਕਤਾ ਵਿੱਚ ਜਿਹੜੀ ਗੱਲ ਵੜ ਜਾਂਦੀ ਆ ਨਾ, ਉਹ ਹੈ ਕਿ ਇਹ ਡਾਂਗ ਖਰੀਦਣ ਨੂੰ ਪਹਿਲ ਦਿੰਦੇ ਆ, ਪੁਸਤਕ ਖਰੀਦਣ ਨੂੰ ਫਜ਼ੂਲ ਸਮਝਦੇ ਆ। ਇਸੇ ਲਈ ਇਹਨਾਂ ਵਿੱਚ ਕੋਮਲ ਕਲਾਵਾਂ ਘੱਟ ਵਿਕਸਿਤ ਹੁੰਦੀਆਂ। ਅਤੇ ਭਾਰਤੀ ਕਲਚਰ ਆ ਕਿ ਇਹਦੇ ਵਿੱਚ ਡਾਂਗਾਂ ਗੜਾਸਾਂ ਵਾਲਿਆਂ ਦਾ ਇਤਿਹਾਸ ਬੜਾ ਜੋਸ਼ ਨਾਲ ਗਾਇਆ ਗਿਆ। ਪਰ ਜਿਹੜੇ ਗਿਆਨਵਾਨ ਸੀ, ਕਿਸੇ ਬੱਚੇ ਨੂੰ ਪੁੱਛ ਲਓ, ਭਾਈ ਕਾਹਨ ਸਿੰਘ ਨਾਭੇ ਨੂੰ ਜਾਣਦੇ ਹੋ, ਪ੍ਰੋਫੈਸਰ ਸਾਹਿਬ ਸਿੰਘ ਬਾਰੇ ਜਾਣਦੇ ਹੋ? ਕਹਿੰਦਾ ਨਹੀਂ। ਕਹਿੰਦਾ ਮਿਰਜ਼ੇ ਨੂੰ ਜਾਣਦੇ ਹੋ? ਉਹਨੂੰ ਸਾਰੇ ਜਾਣਦੇ ਨੇ। ਹੁਣ ਮਿਰਜ਼ੇ ਦੀ ਜੇ ਇਤਿਹਾਸਕ ਕਰਤੂਤ ਦੇਖੋ ਕਿ ਉਹ ਸਾਹਿਬਾਂ ਉਹਦੀ ਮਾਮੇ ਦੀ ਧੀ ਆ, ਉਹ ਉਹਦੀ ਭੂਆ ਦਾ ਪੁੱਤ ਹੈ। ਉਹ ਮਾਮੇ ਦੀ ਧੀ ਨੂੰ ਉਧਾਲ ਕੇ ਲੈ ਗਿਆ, ਉਹਦੀਆਂ ਵਾਰਾਂ ਨੂੰ ਕਹਿੰਦੇ ਜੀ ਇਹ ਮਿਰਜ਼ਾ ਜੱਟ ਆ ਜੀ, ਉਹਦੀ ਵਾਰ ਸਾਰੇ ਪੰਜਾਬ 'ਚ ਤਿੰਗ ਤਿੰਗ ਕੇ ਗਾਉਂਦੇ ਆ। ਜਿਨ੍ਹਾਂ ਬੰਦਿਆਂ ਨੇ ਅਕਲ ਦੀ ਗੱਲ ਕੀਤੀ, ਉਹਨਾਂ ਬੰਦਿਆਂ ਬਾਰੇ ਸਾਡਾ ਨੌਜਵਾਨ ਵਰਗ ਵੀ ਨਹੀਂ ਜਾਣਦਾ, ਕਿਉਂਕਿ ਇਹਨਾਂ ਦੀ ਸੈਕੀ ਹੈ, ਇਹਨਾਂ ਦੀ ਮਾਨਸਿਕਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਅੰਤਰਜਾਮੀ ਸਨ। ਗੁਰੂ ਨਾਨਕ ਪਾਤਸ਼ਾਹ ਜੀ ਇਸ ਧਰਤੀ ਵਿੱਚ ਮਾਨਸਿਕਤਾ ਬਦਲਣੀ ਚਾਹੁੰਦੇ ਨੇ, ਯੁੱਗ ਬਦਲਣਾ ਚਾਹੁੰਦੇ ਨੇ ਕਿ ਬੰਦੇ ਵਿੱਚ ਬਦਲਣ ਲਈ ਕੀ ਹੁੰਦਾ। ਜੇ ਤਾਂ ਅਸੀਂ ਬਾਹਰੀ ਹਾਰ ਸ਼ਿੰਗਾਰ ਵੇਖੀਏ ਤਾਂ ਮੇਕਅਪ ਕਿੰਨਾ ਕੁ ਚਿਰ ਮਨੁੱਖ ਦਾ ਰਹਿ ਸਕਦਾ, ਪਰ ਜੇ ਉਹਦੇ ਵਿਚਾਰ ਬਦਲ ਜਾਣ ਤਾਂ ਉਹ ਸਦੀਆਂ ਤੱਕ ਜੀਵਤ ਰਹਿੰਦਾ। ਮਨੁੱਖ ਵਿੱਚ ਬਦਲਣ ਲਈ ਕੇਵਲ ਉਹਦਾ ਮਨ ਹੈ, ਉਹਦਾ ਮਾਈਂਡ ਹੈ, ਉਹਦੀ ਸੋਚ ਹੈ, ਉਹਦੀ ਵਿਚਾਰਧਾਰਾ ਹੈ। ਜਿਹੜਾ ਸਮਾਜ ਬਾਹਰੀ ਸਰੂਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ,
ਉਹ ਬਹੁਤਾ ਚਿਰ ਉਹਨੂੰ ਸੁੰਦਰ ਨਹੀਂ ਰੱਖ ਸਕਦਾ। ਮੈਂ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਹੁੰਦਾ, ਜਿਹੜੀ ਸਾਡੇ ਨਾਲ ਆ, ਅਮਰੀਕਾ ਦਾ ਗਾਇਕ ਮੈਕਸਲ ਜਿਹੜਾ ਜੈਕਸਨ ਸੀ, ਜਿਹਦੀ ਪਿੱਛੇ ਜੇ ਮੌਤ ਹੋ ਗਈ, ਮਾਈਕ ਜੈਕਸਨ, ਉਹਦੇ ਵਿੱਚ ਸਾਰੇ ਹੀ ਐਬ ਸੀ। ਹਾਲਾਂਕਿ ਬਹੁਤ ਅੱਛਾ ਗਾਇਕ ਸੀ, ਪਰ ਉਹ ਨਸ਼ੇੜੀ ਵੀ ਸੀ, ਮੂਰਖ ਟਾਈਪ ਦੀਆਂ ਉਹਦੀਆਂ ਹਰਕਤਾਂ ਸੀ। ਉਹਦੇ ਕੋਲ ਡਾਲਰ ਬੜੇ ਸੀ। ਡਾਕਟਰਾਂ ਨੇ ਉਹਦਾ ਮਾਈਂਡ ਨਹੀਂ ਚੇਂਜ ਕੀਤਾ ਕਿ ਇਹਦੀ ਮਾਨਸਿਕਤਾ ਨੂੰ ਬਦਲੀਏ, ਕਿ ਇਹ ਨਸ਼ੇ ਛੱਡ ਜਾਵੇ, ਭੈੜੀਆਂ ਆਦਤਾਂ ਛੱਡ ਜਾਵੇ। ਉਹ ਕਹੀ ਗਿਆ ਕਿ ਮੇਰੀ ਪਲਾਸਟਿਕ ਸਰਜਰੀ ਕਰਕੇ ਮੇਰਾ ਫੇਸ ਬਦਲ ਦਿਓ। ਉਹ 1 ਆਪਰੇਸ਼ਨ ਕਰ, 2 ਕਰ, 3 ਕਰ, ਆਪਰੇਸ਼ਨ ਕਰਦਿਆਂ ਚੰਗਾ ਭਲਾ ਬੰਦਾ ਬਾਂਦਰ ਵਰਗਾ ਬਣਾਤਾ, ਕਿਉਂਕਿ ਉਹਨੂੰ ਬਾਹਰੀ ਰੂਪ ਵਿੱਚ ਬਦਲਦੇ ਰਹੇ। ਜਦੋਂ ਉਹਦੀ ਡੈਥ ਹੋਈ, ਉਹ ਲੱਗਦਾ ਨਹੀਂ ਸੀ ਬੰਦੇ ਦੀ ਮੌਤ ਹੋਈ ਕਿ ਬਾਂਦਰ ਦੀ ਮੌਤ ਹੋਈ ਹੈ, ਕਿਉਂਕਿ ਉਹਦੀ ਪਲਾਸਟਿਕ ਸਰਜਰੀ ਕਰੀ ਗਏ। ਉਹਨੂੰ ਬਾਹਰੋਂ ਬਦਲਣ ਦੀ ਕੋਸ਼ਿਸ਼ ਕੀਤੀ। ਜਿਹੜਾ ਬਾਹਰੀ ਬਦਲਾਅ ਆ, ਇਹ ਬਹੁਤਾ ਚਿਰ ਰਹਿ ਨਹੀਂ ਸਕਦਾ। ਜੇ ਉਹਦਾ ਮਾਈਂਡ ਬਦਲਿਆ ਹੁੰਦਾ, ਅੱਜ ਉਹ ਧਰਤੀ ਉੱਤੇ ਜਿਉਂਦਾ ਹੁੰਦਾ, ਤੇ ਹੋ ਸਕਦਾ ਉਸ ਸੰਗੀਤ, ਕਿਉਂਕਿ ਉਹਨਾਂ ਦਾ ਸੰਗੀਤ ਉਹਨਾਂ ਨੂੰ ਮੁਬਾਰਕ ਹੈ, ਮੈਂ ਆਲੋਚਨਾ ਨਹੀਂ ਕਰ ਰਿਹਾ, ਉਹ ਬੰਦਾ ਬਹੁਤ ਕੁਝ ਚੰਗਾ ਵੀ ਕਰ ਸਕਦਾ ਜੇਕਰ ਉਹਦਾ ਮਨ ਬਦਲਿਆ ਹੁੰਦਾ। ਗੁਰੂ ਸਾਹਿਬ ਮਨ ਬਦਲਦੇ ਨੇ। ਮਨ ਬਦਲਣ ਵਾਸਤੇ ਬਦਲਾਓ ਦਿੱਤਾ ਜਾਂਦਾ ਹੈ। ਬਦਲਾਓ ਦੇ ਵਿੱਚ ਗੁਰੂ ਸਾਹਿਬਾਂ ਨੇ ਕਿਹਾ ਕਿ ਤੁਸੀਂ ਮਨੁੱਖਾਂ ਦੀ ਵਾਰ ਗਾਉਂਦੇ ਹੋ, ਇਹ ਤਾਂ ਵਕਤੀ ਰੂਪ ਵਿੱਚ ਆਏ, ਵਕਤੀ ਰੂਪ ਵਿੱਚ ਚਲੇ ਗਏ। ਮੈਂ ਤੁਹਾਨੂੰ ਇਹੋ ਜਿਹੀ ਧੁਨ ਦਿੰਦਾ ਜਿਹਦੇ 'ਤੇ ਤੁਸੀਂ, ਮੈਂ ਕਹਿੰਦਾ ਕਿ ਜੇ ਇਹ ਟੁੰਡੇ ਸਰਾਜੇ ਦੀ ਅਸੀਂ ਵਾਰ ਸੁਣਦੇ ਹੁੰਦੇ ਨਾ, ਅਸੀਂ ਹਫ਼ਤੇ ਬਾਅਦ TV ਲਾਉਣੇ ਛੱਡ ਦੇਣੇ ਸੀ। ਮੰਨ ਲਓ ਸਵੇਰ ਵੇਲੇ ਟੁੰਡੇ ਸਰਾਜੇ ਦੀ ਵਾਰ ਆਉਂਦੀ ਹੋਵੇ, ਅਸੀਂ 6 ਦਿਨਾਂ ਤੋਂ ਵੱਧ ਨਹੀਂ ਸੁਣ ਸਕਦੇ। ਇਹ ਆਸਾ ਕੀ ਵਾਰ ਦੀ ਬਰਕਤ ਹੈ ਕਿ ਅਸੀਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ। ਮੇਰੀ 50 ਸਾਲ ਦੀ ਉਮਰ ਹੋ ਗਈ ਹੈ। 18-20 ਸਾਲ 'ਚ ਮੈਂ ਕੀਰਤਨ ਸਿੱਖ ਗਿਆ ਸਾਂ, ਕਾਫੀ ਅੱਛਾ। 30 ਸਾਲ ਤੋਂ ਮੈਂ ਲਗਾਤਾਰ ਆਸਾ ਦੀ ਵਾਰ ਗਾਉਂਦਾ ਵੀ ਰਿਹਾ, ਆਸਾ ਦੀ ਵਾਰ ਸਿਖਾਉਂਦਾ ਵੀ ਰਿਹਾ, ਤੇ ਆਸਾ ਦੀ ਵਾਰ ਰੋਜ਼ ਸੁਣਦਾ ਵੀ ਹਾਂ। ਔਰ ਅਜੇ ਤੱਕ ਮਨ ਵਿੱਚ ਕਦੀ ਕੇਵਾ ਨਹੀਂ ਆਇਆ। ਤੇ ਜਦੋਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਤੁਸੀਂ ਬੋਲਣਾ ਆਸਾ ਕੀ ਵਾਰ ਦੇ ਉੱਤੇ, ਤੇ ਮੈਂ 6 ਪੁਸਤਕਾਂ ਫੇਰ ਪੜ੍ਹੀਆਂ ਕਿ ਇੰਨਿਆਂ ਸਾਲਾਂ ਬਾਅਦ ਵੀ ਕੁਝ ਰਹਿ ਗਿਆ, ਹਲੇ ਵੀ ਰਹਿ ਜਾਣਾ, ਕਿ ਇਹਦੇ ਵਿੱਚ, ਕਿਉਂਕਿ ਇਹ ਬਹੁਤ ਗੈਰ ਗੰਭੀਰ ਹੈ। ਔਰ ਇੱਕ ਗੱਲ ਮੈਂ ਨਾਲ ਹੋਰ ਕਰਾਂ ਕਿ ਧੁਨ ਕਿਉਂ ਬਦਲੀ। ਇੱਕ ਬੜੀ ਪਿਆਰੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਗਾਥਾ ਹੈ। ਜੋਗੀ ਸ਼ਰਾਬ ਭੇਟ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ, ਇਹ ਜਿਹੜੀ ਤੁਸੀਂ ਸ਼ਰਾਬ ਮੈਨੂੰ ਭੇਟ ਕਰਦੇ ਹੋ, ਉਹਦਾ ਨਸ਼ਾ ਕਿੰਨਾ ਕੁ ਚਿਰ ਰਹੇਗਾ। ਹੁਣ ਜੋਗੀ ਨਸ਼ਾ ਕਰਦੇ ਸਨ। ਉਹ ਕਹਿੰਦੇ ਜੀ ਜਦੋਂ ਇਹ ਉਤਰ ਜਾਏਗੀ ਹੋਰ ਪੀ ਲੈਣੀ। ਗੁਰੂ ਸਾਹਿਬ ਕਹਿੰਦੇ ਮੈਂ ਤੁਹਾਨੂੰ ਸ਼ਰਾਬ ਬਣਾਉਣ ਦੀ ਜਾਚ ਦੱਸਦਾ, ਅਗਰ ਤੁਸੀਂ ਇਹ ਸ਼ਰਾਬ ਬਣਾਓਗੇ ਉਤਰੇਗੀ ਨਹੀਂ। ਇਹ ਸ਼ਬਦ ਗੁਰਬਾਣੀ ਦੇ ਵਿੱਚ ਹੈ, ਮੈਂ ਫਿਰ ਵਾਰ 'ਤੇ ਹੀ ਆਵਾਂਗਾ। ਸ਼ਬਦ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅੰਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਸਹਿਜ ਅਰਥ ਕੀ ਨੇ? ਗੁਰੂ ਸਾਹਿਬ ਕਹਿੰਦੇ ਤੁਸੀਂ ਗੁੜ ਦੀ ਸ਼ਰਾਬ ਬਣਾਉਂਦੇ ਹੋ ਨਾ, ਤੁਸੀਂ ਕਦੀ ਗਿਆਨ ਰੂਪੀ ਗੁੜ ਪਾ ਕੇ ਵੇਖੋ। ਗੁੜ ਕਰ ਗਿਆਨ, ਕਦੀ ਗਿਆਨ ਦਾ ਗੁੜ ਵੀ ਘੋਲ ਕੇ ਵੇਖੋ, ਨਾ ਕਿ ਇਹੀ ਗੁੜ ਘੋਲੋ। ਧਿਆਨ ਕਰ ਧਾਵੈ, ਧਾਵੈ ਕਹਿੰਦੇ ਮਹੂਏ ਦੇ ਫੁੱਲਾਂ ਨੂੰ। ਜਿਹੜੇ ਜੋਗੀ ਲੋਕ ਨਾ, ਇਹ ਜੰਗਲਾਂ ਬੀਆਬਾਨਾਂ ਵਿੱਚੋਂ ਮਹੂਏ ਦੇ ਫੁੱਲ ਗੁੜ ਦੇ ਵਿੱਚ ਘੋਲ ਕੇ ਸ਼ਰਾਬ ਬਣਾਉਂਦੇ ਸਨ। ਕਹਿੰਦੇ ਜਿਹੜਾ ਗਿਆਨ ਦੇ ਵਿੱਚ ਧਿਆਨ ਆ, ਇਹਨੂੰ ਤੁਸੀਂ ਮਹੂਏ ਦੇ ਫੁੱਲ ਬਣਾਓ। ਕਰ ਕਰਨੀ ਕਸ ਪਾਈਏ। ਕਸ ਕਹਿੰਦੇ ਕਿੱਕਰ ਦੇ ਸੱਕ ਨੂੰ। ਆਮ ਤੌਰ 'ਤੇ ਦੇਸੀ ਸ਼ਰਾਬ ਵਿੱਚ ਕਿੱਕਰ ਦਾ ਸੱਕ ਵੱਢ ਕੇ ਪਾਇਆ ਜਾਂਦਾ। ਕਹਿੰਦੇ ਤੁਸੀਂ ਹੱਥਾਂ ਦੀ ਕਰਨੀ ਨੂੰ ਕਿੱਕਰ ਦਾ ਸੱਕ ਬਣਾਓ, ਕਿਉਂਕਿ ਤੁਸੀਂ ਸਾਰੀ ਵਿਹਲਿਆਂ ਦੀ ਫੌਜ ਹੋ, ਕੰਮ ਦੇ ਭੱਜੇ ਹੋਏ ਨਖੱਟੂ ਸਾਰੇ ਇਕੱਠੇ ਹੋ ਕੇ ਬਹਿ ਗਏ ਹੋ। ਤੁਹਾਨੂੰ ਮੈਂ ਕਿੱਕਰ ਦਾ ਸੱਕ ਦੱਸਦਾ, ਤੁਸੀਂ ਹੱਥਾਂ ਦੀ ਕਰਨੀ ਨੂੰ ਕਿੱਕਰ ਦਾ ਸੱਕ ਬਣਾਓ। ਭਾਠੀ ਭਵਨ, ਤੁਸੀਂ ਭੱਠੀ ਲਾਉਂਦੇ ਹੋ ਇੱਟਾਂ ਦੀ, ਤੁਸੀਂ ਕਦੀ ਸਰੀਰ ਨੂੰ ਭੱਠੀ ਬਣਾ ਕੇ ਵੇਖੋ। ਪ੍ਰੇਮ ਕਾ ਪੋਚਾ, ਤੁਹਾਡੇ ਬੋਲ ਬੜੇ ਖਰਵੇ ਨੇ, ਤੇ ਜਿਹੜਾ ਹੱਥ ਗਿੱਲਾ ਕਰਕੇ ਨਾ ਭੱਠੀ ਵਿੱਚ ਪੋਚਾ ਫੇਰਿਆ ਜਾਂਦਾ, ਕਦੀ ਪ੍ਰੇਮ ਦਾ ਪੋਚਾ ਲਾ ਕੇ ਵੇਖੋ। ਜਦੋਂ ਇਤ ਰਸ ਅੰਮਿਓ ਚੁਆਈਏ, ਜਦੋਂ ਇਹਦੇ ਵਿੱਚੋਂ ਰਸ ਟਪਕੇਗਾ ਨਾ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਫਿਰ ਮਨ ਮਸਤ ਰਹੇਗਾ। ਜਦੋਂ ਤੁਸੀਂ ਇਹੋ ਜਿਹੀ ਸ਼ਰਾਬ ਬਣਾ ਕੇ ਪੀਣ ਦੀ ਕੋਸ਼ਿਸ਼ ਕਰੋਗੇ, ਜਿਹਦੇ ਵਿੱਚ ਗੁੜ ਗਿਆਨ ਹੋਏਗਾ ਤੇ ਮਹੂਏ ਦੇ ਫੁੱਲ ਧਿਆਨ ਹੋਣਗੇ, ਤੇ ਕਿੱਕਰ ਦਾ ਕਸ ਤੁਹਾਡੇ ਹੱਥਾਂ ਦੀ ਕਰਨੀ ਹੋਏਗਾ, ਤੇ ਭੱਠੀ ਦੀ ਥਾਂ ਤੇ ਤੁਹਾਡਾ ਸਰੀਰ ਹੋਵੇਗਾ, ਤੇ ਮਿੱਠੇ ਬੋਲਾਂ ਦਾ ਪੋਚਾ ਹੋਵੇਗਾ। ਆਸਾ ਦੀ ਵਾਰ ਜਿਹੜੀ ਧੁਨੀ ਆ, ਖਾਸ ਕਰਕੇ ਟੁੰਡੇ ਸਰਾਜੇ ਕੀ ਧੁਨੀ, ਕਿਉਂਕਿ ਧੁਨੀਆਂ ਅੱਜ ਸਾਡੇ ਕੋਲੇ ਗਾਇਬ ਨੇ। ਮੈਂ ਬੰਬੇ ਵੀ ਕਿਸੇ ਧਾਰਮਿਕ ਫਿਲਮ ਲਿਖਣ ਦੇ ਮਾਮਲੇ ਵਿੱਚ 7-8 ਦਿਨ ਰਿਹਾ, ਤੇ ਮੈਂ ਸਭ ਤੋਂ ਸਾਡੇ ਪਿਆਰੇ ਸੰਗੀਤਕਾਰ ਨੇ ਭਾਈ ਉੱਤਮ ਸਿੰਘ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਟੁੰਡੇ ਸਰਾਜੇ ਦੀ ਧੁਨੀ ਬਾਰੇ, ਉਹ ਕਹਿੰਦੇ ਵੀ ਕਦੀ ਨੋਟਸ ਵਿੱਚ ਨਹੀਂ ਆਇਆ। ਸਾਡੇ ਕਿਸੇ ਵੀ ਢਾਡੀ ਨੂੰ, ਰਾਗੀ ਨੂੰ ਟੁੰਡੇ ਸਰਾਜੇ ਦੀ ਧੁਨੀ ਨਹੀਂ ਆਉਂਦੀ।
ਔਰ ਪਰ ਹੁਣ ਕਿਉਂਕਿ ਵਾਰ ਗੁਰੂ ਉਸ ਪੀਰੀਅਡ ਵਿੱਚ ਸਾਡੇ ਢਾਡੀ ਗਾਉਂਦੇ ਰਹੇ ਹੋਣਗੇ, ਸਾਡੇ ਰਾਗੀ ਵੀ ਜਿਹੜੇ ਭਾਈ ਚਾਂਦ ਹੋਣੀ ਜਾਂ ਉਸ ਤੋਂ ਪੁਰਾਣੇ ਭਾਈ ਮਰਦਾਨੇ ਦੀ ਵੰਸ਼ ਇਹ ਧੁਨੀ ਗਾਉਂਦੀ ਰਹੀ। ਟੁੰਡਾ ਅਸਰਾਜ ਸਾਰੰਗ ਬਾਦਸ਼ਾਹ ਦਾ ਪੁੱਤਰ ਸੀ ਤੇ ਸਾਰੰਗ ਬਾਦਸ਼ਾਹ ਦੀ ਇਹ ਕਹਾਣੀ ਪੂਰਨ ਭਗਤ ਨਾਲ ਹੀ ਰਲਦੀ ਮਿਲਦੀ ਹੈ ਜੋ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਹੈ ਕਿ ਉਹਦੀ ਪਹਿਲੀ ਪਤਨੀ ਦੀ ਮੌਤ ਹੋ ਗਈ। ਮਤਰੇਈ ਮਾਂ ਨੇ ਅਸਰਾਜ ਜਿਹੜਾ ਸਾਰੰਗ ਦਾ ਪੁੱਤਰ ਸੀ ਇਹਦੇ ਉੱਤੇ ਝੂਠੀ ਤੋਹਮਤ ਲਾਈ ਤੇ ਰਾਜੇ ਨੇ ਕ੍ਰੋਧ ਵਿੱਚ ਆ ਕੇ ਵਜ਼ੀਰ ਨੂੰ ਕਿਹਾ ਕਿ ਇਹਦਾ ਕਤਲ ਕਰ ਦਿਓ। ਵਜ਼ੀਰ ਸਿਆਣਾ ਸੀ, ਉਹਨੇ ਉਹਦਾ ਹੱਥ ਵੱਢ ਕੇ ਉਹਨੂੰ ਬਾਹਰ ਦੂਰ ਸਿੱਟਿਆ ਜਾਂ ਤੋਰ ਆਇਆ। ਅਸਰਾਜ ਟੁੰਡੀ ਹਾਲਤ ਦੇ ਵਿੱਚ ਵਣਜਾਰਿਆਂ ਦਾ ਕਾਫਲਾ ਜਾਂਦਾ ਸੀ, ਉਹਨਾਂ ਨੇ ਉਹਨੂੰ ਨਾਲ ਰਲਾ ਲਿਆ ਤੇ ਕਿਹਾ ਜਾਂਦਾ ਕਿ ਇੱਕ ਧੋਬੀ ਕਿਸੇ ਦੂਰ ਦਰਾਡੇ ਸ਼ਹਿਰ ਵਿੱਚ ਜਾ ਕੇ ਜਿਹੜੀ ਗੁਲਾਮ ਵੰਸ਼ ਹੈ ਕਿ ਉਹਨਾਂ ਨੇ ਉਹਨੂੰ ਵੇਚ ਦਿੱਤਾ ਕਿ ਤੇਰਾ ਕੰਮ ਕਰੀ ਜਾਏਗਾ, ਸਾਡੇ ਕੋਲੋਂ ਮੁੱਲ ਲੈ ਲਾ। ਔਰ ਉਹ ਜਿਹੜਾ ਟੁੰਡਾ ਅਸਰਾਜ ਹੈ ਉਹ ਧੋਬੀ ਦੇ ਘਰ ਕੰਮ ਧੰਦਾ ਕਰਦਾ ਰਿਹਾ। ਇੱਕ ਦਿਨ ਕਹਿੰਦੇ ਕਿ ਧੋਬੀ ਦਾ ਬਲਦ ਕਿਤੇ ਭੱਜ ਗਿਆ ਘਰੋਂ ਖੁੱਲ੍ਹ ਕੇ ਤੇ ਉਹ ਅਸਰਾਜ ਲੱਭਦਾ ਲੱਭਦਾ ਇੱਕ ਦੂਸਰੇ ਰਾਜੇ ਦੀ ਰਾਜਧਾਨੀ 'ਚ ਚਲਾ ਗਿਆ ਜਿਹਦਾ ਨਾਮ ਭਾਗ ਜਸ ਸੀ। ਉਹ ਨਿਰਸੰਤਾਨ ਸੀ, ਉਹਦੇ ਬੱਚਾ ਕੋਈ ਨਹੀਂ ਸੀ ਔਰ ਰਾਜੇ ਦੀ ਮੌਤ ਹੋ ਚੁੱਕੀ ਸੀ। ਤੇ ਵਜ਼ੀਰਾਂ ਨੇ ਕਿਹਾ ਵੀ ਜਿਹੜਾ ਸਵੇਰ ਦੇ ਵੇਲੇ ਸਭ ਤੋਂ ਪਹਿਲਾਂ ਇਸ ਦਰਵਾਜ਼ੇ ਤੇ ਆਦਮੀ ਆ ਜਾਏਗਾ ਉਹਨੂੰ ਆਪਾਂ ਰਾਜਾ ਬਣਾ ਦਿਆਂਗੇ। ਤੇ ਉਹ ਬਲਦ ਲੱਭਦਾ ਲੱਭਦਾ ਟੁੰਡਾ ਅਸਰਾਜ ਉੱਥੇ ਪਹੁੰਚ ਗਿਆ ਤੇ ਵਜ਼ੀਰਾਂ ਨੇ ਉਹਨੂੰ ਰਾਜਾ ਬਣਾ ਦਿੱਤਾ। ਉਸ ਰਾਜ ਵਿੱਚ ਉਹਨੇ ਬੜਾ ਸੋਹਣਾ ਰਾਜ ਕੀਤਾ। ਇੱਕ ਵਾਰੀ ਕਾਲ ਪੈ ਗਿਆ ਪਰ ਸਭ ਤੋਂ ਸਫਲ ਜਿਹੜਾ ਇਲਾਕਾ ਉਹ ਟੁੰਡੇ ਅਸਰਾਜ ਦਾ ਰਿਹਾ। ਕਿਤੇ ਕਨਸੂਆਂ ਮਿਲਦੀਆਂ, ਉਹਦੇ ਅਸਲੀ ਪਿਤਾ ਜਿਹੜਾ ਰਾਜਾ ਸਾਰੰਗ ਆ ਉਹਨੂੰ ਕਿਸੇ ਨੇ ਦੱਸਿਆ ਕਿ ਜਿਹੜਾ ਉਹ ਅਸਰਾਜ ਆ ਉਹ ਤਾਂ ਤੁਹਾਡਾ ਪੁੱਤਰ ਹੈ ਜਿਹੜਾ ਉੱਥੇ ਰਾਜ ਕਰ ਰਿਹਾ। ਉਹਨੇ ਉਹਨੂੰ ਸੱਦਿਆ ਅਸਰਾਜ ਨੂੰ ਕਿ ਮੇਰੇ ਰਾਜ ਵਿੱਚ ਆ। ਪਰ ਜਿਹੜੇ ਅਸਰਾਜ ਦੇ ਦੋ ਮਤਰੇਬ ਭਰਾ ਸੀ ਸੁਲਤਾਨ ਖਾਨ ਤੇ ਸਰਦੂਲ ਰਾਏ, ਉਹਨਾਂ ਨੂੰ ਲੱਗਾ ਕਿ ਹੁਣ ਇਹ ਜਿਹੜਾ ਸਾਰੰਗ ਰਾਜਾ ਇਹ ਟੁੰਡੇ ਅਸਰਾਜ ਨੂੰ ਰਾਜ ਗੱਦੀ ਦੇ ਦੇਗਾ ਤੇ ਕਿਉਂ ਨਾ ਇਹਦੇ ਨਾਲ ਯੁੱਧ ਕੀਤਾ ਜਾਏ। ਉਹਨਾਂ ਨੇ ਕਹਿੰਦੇ ਫਿਰ ਉਹ ਸੁਲਤਾਨ ਖਾਨ ਨੇ ਤੇ ਉਹਨੇ ਸਰਦੂਲ ਰਾਏ ਨੇ ਟੁੰਡੇ ਅਸਰਾਜ ਨਾਲ ਯੁੱਧ ਕੀਤਾ ਜਿਹਦੇ ਵਿੱਚੋਂ ਟੁੰਡਾ ਅਸਰਾਜ ਜਿੱਤ ਗਿਆ ਤੇ ਉਹਦੇ ਪਿਤਾ ਨੇ ਟੁੰਡੇ ਅਸਰਾਜ ਨੂੰ ਰਾਜਗੱਦੀ ਦਾ ਵਾਰਸ ਬਣਾ ਦਿੱਤਾ। ਤੇ ਢਾਡੀਆਂ ਨੇ ਜਿਹੜੇ ਉਸ ਸਮਕਾਲੀ ਰਾਜ ਦੇ ਵਿੱਚ ਗਾਉਣ ਵਾਲੇ ਸੀ ਉਹਨਾਂ ਨੇ ਟੁੰਡੇ ਅਸਰਾਜ ਦੀ ਇੱਕ ਵਾਰ ਗਾਥੀ ਜਿਹੜੀ ਹਿੰਦੁਸਤਾਨ ਵਿੱਚ ਪ੍ਰਚਲਿਤ ਸੀ। ਉਹ ਵਾਰ ਦੇ ਮੈਂ ਬੋਲ ਜ਼ਰੂਰ ਜੇ ਨਾ ਪੜ੍ਹੇ ਹੋਣ। ਭਬਕਿਓ ਸ਼ੇਰ ਸਰਦੂਲ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਵੱਡ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਭਰ ਦਿੱਤਾ ਲੱਜੇ, ਫਤਿਹ ਪਾਈ ਅਸਰਾਜ ਰਾਏ ਜੀ ਸ਼ਾਹੀਪੁਰ ਸੱਜੇ। ਇਹ ਉਹਦੀ ਧੁਨ ਸੀ। ਧੁਨ ਹੁਣ ਕਿਹੜੀ ਸੀ ਇਹਦੇ ਬਾਰੇ ਸਪਸ਼ਟਤਾ ਤੇ ਨਹੀਂ। ਗੁਰੂ ਸਾਹਿਬਾਂ ਨੇ ਕਿਹਾ ਕਿ ਤੁਸੀਂ ਉਸ ਰੱਬ ਦੀ ਵਾਰ ਗਾਓ, ਉਸ ਅਕਾਲ ਦੀ ਵਾਰ ਗਾਓ ਤਾਂ ਕਿ ਤੁਹਾਡਾ ਬੌਧਿਕ ਵਿਕਾਸ ਹੋ ਸਕੇ। ਕਈ ਵਾਰੀ ਸਮਾਜ ਸੰਗੀਤ ਸੁਣਦਾ ਤੇ ਹੈ, ਬੌਧਿਕ ਵਿਕਾਸ ਕੋਈ ਨਹੀਂ। ਮੈਂ ਆਮ ਕਹਿੰਦਾ ਉਹਨਾਂ ਕਾਲਜਾਂ ਵਾਲੇ ਵਿਦਿਆਰਥੀਆਂ ਨੂੰ, ਬੰਦੇ ਨੂੰ ਮਨੋਰੰਜਨ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਉਹ ਕੰਮ ਧੰਦੇ ਤੋਂ ਅੱਕ ਜਾਂਦਾ, ਪੜ੍ਹਨ ਵਾਲਾ ਪੜ੍ਹ ਕੇ ਅੱਕ ਜਾਂਦਾ, ਵਪਾਰੀ ਵਪਾਰ ਕਰਦਾ, ਗਾਹਕ ਭੁਗਤਾਉਂਦਾ ਅੱਕ ਜਾਂਦਾ, ਖੇਤੀਬਾੜੀ ਕਰਦਾ, ਖੇਤੀ 'ਚ ਕੰਮ ਕਰਦਾ ਅੱਕ ਜਾਂਦਾ। ਉਹ ਕਹਿੰਦਾ ਵੀ ਹੁਣ ਆਪਾਂ 5-10 ਮਿੰਟ ਕੋਈ ਮਨੋਰੰਜਨ ਵਾਲੀ ਚੀਜ਼ ਸੁਣ ਲਈਏ ਜਾਂ ਦੇਖ ਲਈਏ। ਸਾਡਾ ਹੁਣ ਵਿਦਿਆਰਥੀ ਵਰਗ ਸਵੇਰ ਤੋਂ ਚੈਨਲ ਲਾ ਕੇ ਬੈਠਾ, ਇਹ ਤਾਂ ਮਨੋਰੰਜਨ ਕਰਦਾ ਥੱਕਿਆ ਪਿਆ ਤੇ ਇਹਦਾ ਹੁਣ ਗਾਂ ਇਲਾਜ ਕੀ ਹੋਵੇ। ਇਸੇ ਲਈ ਇਹ ਡਿਪਰੈਸ਼ਨ ਦੇ ਮਰੀਜ਼ ਨੇ, ਟੈਨਸ਼ਨ ਦੇ ਮਰੀਜ਼ ਨੇ। ਟੈਨਸ਼ਨ ਮੁਕਤ ਹੋਣ ਲਈ ਤਾਂ ਮਨੋਰੰਜਨ ਦੀ ਲੋੜ ਹੁੰਦੀ ਆ ਤੇ ਜਿਹੜਾ ਮਨੋਰੰਜਨ ਤੋਂ ਥੱਕਿਆ ਉਹਦਾ ਇਲਾਜ ਕੀ ਹੋਵੇ? ਉਹਦੇ ਵਾਸਤੇ ਸਾਡੇ ਕੋਲ ਇਲਾਜ ਹੀ ਕੋਈ ਨਹੀਂ। ਫਿਰ ਉਹ ਸਮੈਕਲ ਨਹੀਂ ਭੱਜਦਾ, ਨਸ਼ੇ ਲਈ ਭੱਜਦਾ, ਕਿਉਂਕਿ ਜਿਹੜੀ ਪਹਿਲੀ ਡੋਜ਼ ਲੈਣੀ ਆ, ਜਿਹੜੀ ਬਾਅਦ ਦੀ ਡੋਜ਼ ਲੈਣੀ ਉਹ ਤਾਂ ਪਹਿਲਾਂ ਹੀ ਦੇਤੀ ਤੇ ਉਦੋਂ ਬਾਅਦ ਉਸ ਤੋਂ ਹੁਣ ਵੱਡੀ ਕੋਈ ਡੋਜ਼ ਦੇਵੇ ਤੇ ਬੰਦੇ ਦਾ ਮਨੋਰੰਜਨ ਹੋ ਸਕਦਾ, ਨਹੀਂ ਤੇ ਨਹੀਂ ਹੋ ਸਕਦਾ। ਇਸੇ ਲਈ ਜਿਹੜੀ ਜੀਵਨ ਜਾਚ ਹੈ ਇਹਦੇ ਵਿੱਚ ਇਹ ਆਸਾ ਕੀ ਵਾਰ ਜਿਹੜੀ ਯੋਧਿਆਂ ਦੀ ਵਾਰ ਸੀ ਇਹਦੀ ਗੁਰੂ ਸਾਹਿਬਾਂ ਨੇ ਧੁਨ ਦਿੱਤੀ। ਹੁਣ ਧੁਨ ਜਿਹੜੀ ਹੈ ਅੱਜ ਸਾਡੇ ਢਾਡੀਆਂ ਨੂੰ ਮਿਰਜੇ ਦੀ ਧੁਨ ਆਉਂਦੀ ਆ, ਦੁੱਲੇ ਦੀ ਧੁਨ ਆਉਂਦੀ ਆ, ਜੱਗੇ ਦੀ ਧੁਨ ਆਉਂਦੀ, ਉਹ ਵਾਰ ਗਾ ਸਕਦੇ ਨੇ। ਪਰ ਮੇਰਾ ਇੱਕ ਜਾਤੀ ਇੱਕ ਕੀਰਤਨ ਦਾ ਵਿਦਿਆਰਥੀ ਹੋਣ ਦੇ ਨਾਤੇ ਵੀ ਇਹ ਤਜਰਬਾ ਹੈ ਕਿ ਰਾਗੀ ਸਿੰਘ ਵਾਰ ਨਹੀਂ ਗਾ ਸਕਦਾ, ਇਹ ਢਾਡੀ ਗਾ ਸਕਦਾ, ਕਿਉਂਕਿ ਵਾਰ ਵੀਰਸੀ ਹੁੰਦੀ ਹੈ। ਇਹਨੂੰ ਹਾਈ ਪਿੱਚ ਤੇ ਗਾਇਆ ਜਾਂਦਾ ਜਿਹਨੂੰ ਕਹਿੰਦੇ ਤਾਰ ਸਪਤਕ। ਤੇ ਜਿੱਥੋਂ ਢਾਡੀਆਂ ਦੀ ਸ਼ੁਰੂਆਤ ਹੁੰਦੀ ਉੱਥੇ ਜਾ ਕੇ ਤਾਂ ਰਾਗੀ ਵਿਚਾਰਾ ਥੱਕ ਜਾਂਦਾ, ਉਹ ਗਾ ਹੀ ਨਹੀਂ ਸਕਦਾ। ਜੇ ਤੁਸੀਂ ਕਹੋ ਅੰਮ੍ਰਿਤ ਵੇਲੇ 2.5 ਘੰਟੇ ਦੀ ਡਿਊਟੀ 'ਚ ਦਰਬਾਰ ਸਾਹਿਬ ਦਾ ਰਾਗੀ
ਕੋਈ ਇੰਨੀ ਹਾਈ ਪਿਚ ਤੇ ਵਾਰ ਗਾ ਲਵੇ, ਗਾਈ ਹੀ ਨਹੀਂ ਜਾ ਸਕਦੀ। ਇਹ ਢਾਡੀਆਂ ਦੀ ਸ਼ੈਲੀ ਹੈਗੀ ਆ। ਤੇ ਰਾਗੀ ਸਿੰਘ ਇਹਨੂੰ ਬਹੁਤ ਹੀ ਛੋਟੀਆਂ ਸੁਰਾਂ ਵਿੱਚ ਮੱਧ ਸਪਤਕ ਦੇ ਵਿੱਚ ਗਾਉਂਦਾ, ਉਹਨੂੰ ਉੱਚੀ ਸੁਰ 'ਚ ਗਾ ਨਹੀਂ ਸਕਦਾ। ਇਸ ਕਰਕੇ ਵਾਰ ਸ਼ੈਲੀ ਇਹ ਸਰੰਗੀ ਨਾਲ ਇਹ ਢਾਡੀ ਹੀ ਗਾ ਸਕਦੇ ਨੇ, ਜਿਹੜੀ ਅਸਲ ਧੁਨ ਹੈ। ਪਰ ਧੁਨ ਦਾ ਕਮਾਲ ਕੀ ਹੈ, ਹੁਣ ਸਾਡੀ ਬਹੁਤ ਸਾਰੀ ਬਾਣੀ ਆ, ਜਿਵੇਂ ਅਲਾਣੀਆਂ ਨੇ, ਅਲਾਣੀਆਂ ਲੰਮੇ ਵੈਣ ਨੂੰ ਕਹਿੰਦੇ ਆ। ਜਦੋਂ ਮਿਰਤਕ ਦੇ ਪਿੱਛੇ ਵੈਣ ਪਾਉਣ ਵਾਸਤੇ ਔਰਤਾਂ ਜਾਂਦੀਆਂ ਨੇ, ਹੁਣ ਤੇ ਨਵੀਂ ਪੀੜ੍ਹੀ ਨੂੰ ਤੇ ਨਹੀਂ ਰੋਣਾ ਆਉਂਦਾ। ਇੱਕ ਸਾਡੇ ਪ੍ਰੋਫੈਸ਼ਨਲ ਕਲਾਸ ਹੁੰਦੀ ਸੀ ਜਿਹੜੀ ਵੈਣ ਪਾ ਲੈਂਦੀ ਸੀ ਔਰ ਉਹਨਾਂ ਨੂੰ ਪਿੱਟਣਾ ਆਉਂਦਾ ਹੁੰਦਾ ਸੀ। ਇਹ ਪਿੱਟਣ ਵਾਲੀ ਕਲਾਸ ਵੀ ਇੱਕ ਸਾਡੇ ਹਿੰਦੁਸਤਾਨ ਵਿੱਚ ਪ੍ਰਚਲਿਤ ਰਹੀ ਹੈ। ਹੁਣ ਸਾਡੀਆਂ ਪੁਰਾਤਨ, ਕਿਉਂਕਿ ਮੈਂ ਮਾਲਵੇ ਨੂੰ ਬਿਲੋਂਗ ਕਰਦਾ, ਸਾਡੀਆਂ ਬਜ਼ੁਰਗ ਬੀਬੀਆਂ ਨੂੰ ਤਾਂ ਪਤਾ ਕਿ ਅਲਾਉਣੀਆਂ ਕੀ ਹੁੰਦੀਆਂ, ਅਤੇ ਨਵੀਂ ਪੀੜ੍ਹੀ ਨੂੰ ਬਿਲਕੁਲ ਨਹੀਂ ਪਤਾ ਕਿ ਅਲਾਉਣੀ ਕੀ ਹੁੰਦੀ। ਇੱਕ ਧੁਨ ਹੈ, ਘੋੜੀਆਂ ਵੀ ਇੱਕ ਧੁਨ ਹੈ, ਸੁਹਾਗ ਵੀ ਇੱਕ ਧੁਨ ਹੈ, ਇੱਥੋਂ ਤੱਕ ਕਿ 12ਵਾਂ ਮਾਝ ਮਹੱਲਾ 5ਵਾਂ ਮਾਝ ਵੀ ਇੱਕ ਧੁਨ ਹੈਗੀ ਆ। ਇਹ ਹਿੰਦੁਸਤਾਨ ਦਾ ਰਾਗ ਨਹੀਂ ਆ, ਇਹ ਮਾਝੇ ਦੇ ਇਲਾਕੇ ਵਿੱਚ ਇੱਕ ਗਾਇਕੀ ਸੀ ਜਿਹਨੂੰ ਮਾਝਾਂ ਕਹਿੰਦੇ ਸਨ। ਅਤੇ ਗੁਰੂ ਪੰਚਮ ਪਾਤਸ਼ਾਹ ਜੀ ਨੇ ਜਦੋਂ 12ਵਾਂ ਬਾਣੀ ਰਚੀ, ਉਹਨਾਂ ਕਿਹਾ ਕਿ ਇਹਨੂੰ ਇਸ ਵਿਰਾਗਮਈ ਧੁਨ 'ਚ ਗਾਉਣਾ। ਇਹ ਵਿਰਾਗ ਬਿਰਹਾ ਦੀ ਇੱਕ ਧੁਨ ਹੈ ਜਿਹੜੀ ਕੇਵਲ ਮਾਝੇ 'ਚ ਗਾਈ ਜਾਂਦੀ ਹੈ। ਇਹਨੂੰ ਮਾਲਵੇ ਦੇ ਲੋਕ ਵੀ ਨਹੀਂ ਗਾਉਂਦੇ ਔਰ ਦੁਆਬੇ ਦੇ ਲੋਕ ਵੀ ਨਹੀਂ ਗਾਉਂਦੇ। ਇਹ ਮਾਝ ਰਾਗ ਮਾਝਾਂ ਦੀ ਧੁਨ ਆ। ਵੀ ਜਿਵੇਂ ਆਪਾਂ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਵਿਰਾਗ ਦੇ ਨਾਲ ਗਾਉਣਾ। ਹੇ ਰਾਮ, ਮੈਂ ਬਹੁਤ ਚਿਰ ਦਾ ਕਿਰਤ ਤੇ ਕਰਮ ਕਰਕੇ ਵਿਛੜਿਆ, ਮੈਨੂੰ ਮਿਲਾ ਲਓ। ਹੁਣ ਇਹ ਧੁਨ ਜੇ ਆਉਂਦੀ ਹੋਏਗੀ ਤਾਂ ਮੇਰਾ ਖਿਆਲ ਜੇ ਪਾਠੀ ਸਿੰਘ ਵੀ ਵਿਰਾਗ ਨਾਲ ਪੜ੍ਹੇ ਤੇ ਸੱਚਮੁੱਚ ਉਹ ਵਿਰਾਗ ਪੈਦਾ ਹੁੰਦਾ। ਤੇ ਜੇ ਉਹਨੂੰ ਸਹਿਜ ਭਾਵੀ ਪੜ੍ਹੇ, ਸਾਡੀਆਂ ਬਹੁਤ ਸਾਰੀਆਂ ਵਾਰਾਂ ਦੀਆਂ ਧੁਨਾਂ ਤੇ ਬਹੁਤ ਸਾਰੀ ਜਿਹੜੀਆਂ ਬਾਣੀ ਦੀਆਂ ਧੁਨਾਂ ਉਹ ਇਸ ਲਈ ਦਿੱਤੀਆਂ ਕਿ ਸਮਾਜ ਨੂੰ ਮੋੜਨਾ ਬਹੁਤ ਔਖਾ ਹੁੰਦਾ। ਜਦੋਂ ਕੋਈ ਸਮਾਜ ਇੱਕ ਲਹਿਰ ਦੇ ਵਿੱਚ ਵਹਿ ਜਾਂਦਾ ਤੇ ਗੁਰੂ ਸਾਹਿਬਾਂ ਨੇ ਕਿਹਾ ਵੀ ਇਹਨਾਂ ਦੀ ਮਾਨਸਿਕਤਾ ਨੂੰ ਮੋੜਨ ਦਾ ਢੰਗ ਇਹ ਧੁਨ ਇਹ ਉਹ ਗਾਉਣ ਤੇ ਗੀਤ ਜਿਹੜਾ ਪ੍ਰਮਾਤਮਾ ਦਾ ਗਾਉਣ। ਇਸ ਲਈ ਜਿਵੇਂ ਮੈਂ ਸਹਿਜ ਭਾਵੀ ਇੱਕ ਕਰਾਂਗਾ ਕਿ ਦਸਮ ਪਾਤਸ਼ਾਹ ਜੀ ਨੇ ਇੱਕ ਰਾਮਾ ਅਵਤਾਰ ਦੇ ਵਿੱਚ ਜਦੋਂ ਰਾਮਚੰਦਰ ਦੀਆਂ ਫੌਜਾਂ ਤੇ ਰਾਵਣ ਦੀਆਂ ਫੌਜਾਂ ਲੜਨ ਲਈ ਆਮੋ ਸਾਹਮਣੇ ਹੁੰਦੀਆਂ ਨੇ ਨਾ, ਇੱਕ ਛੋਟਾ ਜਿਹੀ ਪੰਕਤੀ ਆ, ਮੈਂ ਤੁਹਾਨੂੰ ਪਹਿਲਾਂ ਉਂਝ ਬੋਲਾਂਗਾ। ਉਹ ਕਹਿੰਦੇ ਕਿ ਕਾਗੜਦੰਗ ਕਾਤੀ, ਵੀ ਕਾਤੀ ਚੱਲੀ ਕਾਗੜਦੰਗ ਕਰਕੇ, ਕਟਾਰੀ ਕੜਾਕੰ, ਜਿਹੜੀ ਕਟਾਰ ਆ ਕੜਾਕ ਕੜਾਕ ਕਰਕੇ ਚੱਲੀ। ਤਾਗੜਦੰਗ ਤੀਰੰ, ਤੀਰ ਚੱਲੇ ਤੜਾਕ ਤੜਾਕ ਕਰਕੇ। ਤੁਪਕੰ ਤੜਾਕੰ, ਤੋਪਾਂ ਤੜਾਕ ਤੜਾਕ ਕਰਕੇ ਚੱਲੀਆਂ। ਅੱਗੇ ਹੈ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ। ਇਹ ਉਹ ਧੁਨਾਂ ਨੇ ਜਦੋਂ ਨਗਾਰੇ ਵੱਜਦੇ ਨੇ ਤੇ ਫੌਜਾਂ ਚੜ੍ਹਾਈ ਕਰਦੀਆਂ ਨੇ। ਗਾਗੜਦੰਗ ਗਾਜੀ ਮਹਾਂ ਗਜ ਗਾਜੇ, ਗਾਜੀ ਜਿਹੜੇ ਨੇ ਗਾਗੜ ਗਾਗੜ ਕਰਕੇ ਬੱਦਲਾਂ ਵਾਂਗੂ ਪੈਂਦੇ ਨੇ। ਹੁਣ ਜੇ ਇਹਨੂੰ ਕੋਈ 3 ਤਾਲ 'ਚ ਗਾਵੇ ਜਾਂ ਜਿਵੇਂ ਮੈਂ ਬੋਲ ਗਿਆ, ਇਹਦਾ ਕੋਈ ਰਸ ਨਹੀਂ ਆਏਗਾ। ਪਰ ਜਦ ਇਹਨੂੰ ਵੀਰ ਰਸ ਵਿੱਚ ਬੋਲਿਆ ਜਾਏ, ਹੁਣ ਮੈਂ ਉਹ ਬੋਲਾਂਗਾ ਕਾਗੜਦੰਗ ਕਾਤੀ ਕਟਾਰੀ ਕੜਾਕੰ, ਤਾਗੜਦੰਗ ਤੀਰੰ ਤੁਪਕੰ ਤੜਾਕੰ, ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗ ਗਾਜੀ ਗਜੇ ਗਜ ਗਾਜੇ। ਇਹਦੀ ਧੁਨ ਬਦਲ ਗਈ ਕਿਉਂਕਿ ਇਹ ਹੁਣ ਯੁੱਧ ਦਾ ਸੀਨ ਆ। ਜਦੋਂ ਇਹਨੂੰ ਕੋਈ ਆਮ ਪੋਇਟਰੀ 'ਚ ਬੋਲੇਗਾ ਉਹਦਾ ਰਸ ਨਹੀਂ ਪੈਦਾ ਹੋਏਗਾ। ਅਲਾਣੀਆਂ ਵੀ ਇਸੇ ਤਰ੍ਹਾਂ ਜਦੋਂ ਵਿਰਾਗ ਵਿੱਚ ਗਾਈਆਂ ਜਾਂਦੀਆਂ ਤੇ ਸਾਰਿਆਂ ਨੂੰ ਰੋਣ ਆ ਜਾਂਦਾ। ਪਰ ਅਲਾਣੀਆਂ ਜਿਹੜੀਆਂ ਯੂਨੀਵਰਸਿਟੀ ਨੇ ਛਾਪੀਆਂ ਉਹਨਾਂ ਨੂੰ ਪੜ੍ਹ ਕੇ ਕਿਸੇ ਨੂੰ ਰੋਣ ਨਹੀਂ ਆਉਂਦਾ, ਕਿਉਂਕਿ ਧੁਨ ਦੇ ਵਿੱਚ ਇੱਕ ਉਹ ਰਸ ਪੈਦਾ ਹੁੰਦਾ ਜਿਹਦੇ ਨਾਲ ਮਨੁੱਖ ਦੀ ਆਤਮਾ, ਉਹਦਾ ਹਿਰਦਾ ਤੇ ਉਹਦੀਆਂ ਜਿਹੜੀਆਂ ਵਿਚਾਰਾਂ ਨੂੰ ਉਹ ਗੱਲ ਟੁੰਬਦੀ ਹੈ। ਇਸ ਕਰਕੇ ਧੁਨ ਦਾ ਇੱਕ ਕਮਾਲ ਹੁੰਦਾ। ਗੁਰੂ ਸਾਹਿਬਾਂ ਨੇ ਕਿਹਾ ਕਿ ਇਹਨੂੰ ਇਸ ਧੁਨ 'ਤੇ ਗਾਇਓ, ਭਾਵੇਂ ਅਸੀਂ ਨਹੀਂ ਵੀ ਗਾਉਂਦੇ ਪਰ ਇਹਦਾ ਸੰਦੇਸ਼ ਤਾਂ ਉਹੀ ਹੈ ਜੋ ਗੁਰੂ ਸਾਹਿਬਾਂ ਨੇ ਸਾਨੂੰ ਪੇਸ਼ ਕੀਤਾ। ਔਰ ਇਹਦਾ ਸੰਦੇਸ਼ ਖਾਸ ਕਰਕੇ ਇੱਕ ਤਾਂ ਸਾਡੀ ਪੱਕੀ ਮਰਜ਼ਾਦਾ ਰਹੀ ਹੈ। ਸਾਡੇ ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕਰਤਾਰਪੁਰ ਵਿਖੇ ਗੁਰੂ ਨਾਨਕ ਦੇ ਦਰਬਾਰ ਵਿੱਚ ਆਸਾ ਕੀ ਵਾਰ ਗਾਈ। ਕਿਉਂਕਿ ਇਹਦਾ ਜਿਹੜਾ ਪਹਿਲਾ ਰੂਪ ਆ ਨਾ, ਆਸਾ ਦੀ ਜਿਹੜੀ ਵਾਰ ਹੁੰਦੀ ਹੈ ਕੇਵਲ ਪੌੜੀਆਂ ਹੁੰਦੀਆਂ। ਇਹਦੇ ਵਿੱਚ 24 ਪੌੜੀਆਂ ਨੇ। ਇਹਦੇ ਵਿੱਚ ਸ਼ਲੋਕ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ 44 ਸ਼ਲੋਕ ਨੇ, 44। 15 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ, ਇਹ ਪੰਚਮ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਫੇਰ ਦਰਜ ਕੀਤੇ। ਔਰ ਉਹ ਜਿਹੜੇ ਸ਼ਲੋਕ ਆ ਉਹ ਆਪਣੇ ਸ਼ਬਦ ਦੇ ਭਾਵ ਨੂੰ ਹੋਰ ਪਰਪੱਕ ਕਰਨ ਵਾਸਤੇ ਬੋਲੇ ਜਾਂਦੇ ਆ। ਜਿਵੇਂ ਸਿੱਖਾਂ ਦੇ ਵਿੱਚ ਕੀਰਤਨ ਦੀ ਮਰਜ਼ਾਦਾ ਦੇ ਨਾਲ ਜਿਹੜੇ ਪ੍ਰਮਾਣ ਦੇਣ ਦੀ ਰੀਤ ਆ, ਇਹ ਮੁਸਲਮਾਨ ਰਾਗੀ ਭਾਈ ਚਾਂਦ ਜੀ ਨੇ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ। ਆਮ ਤੌਰ 'ਤੇ ਇੱਕੋ ਸ਼ਬਦ ਗਾਓ, ਉਹ 8-10 ਮਿੰਟ ਵਿੱਚ 5 ਮਿੰਟ ਵਿੱਚ ਖਤਮ ਹੋ ਜਾਂਦਾ। ਪਰ ਜੇ ਸ਼ਬਦ ਦੀ ਘੁੰਡੀ ਸ਼ਬਦ ਨਾਲ ਖੋਲ੍ਹਣੀ ਹੋਵੇ ਫਿਰ ਇੱਕ ਸ਼ਬਦ ਤੋਂ ਦੂਜਾ ਪ੍ਰਮਾਣ, ਦੂਜੇ 'ਚੋਂ ਤੀਜਾ, ਤੀਜੇ 'ਚੋਂ ਚੌਥਾ,
ਹੁਣ ਸਾਡੇ ਕੋਲੇ ਜਿਵੇਂ ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਪ੍ਰਮਾਣਾ ਨਾਲ ਗਾਉਂਦੇ ਸਨ, ਇੱਕ ਸਾਡੇ ਭਾਈ ਬਲਬੀਰ ਸਿੰਘ ਜੀ ਨੇ, ਉਹ ਸਵਾ ਘੰਟੇ ਦੇ ਸਮੇਂ ਵਿੱਚ ਇੱਕੋ ਹੀ ਸ਼ਬਦ ਗਾਉਂਦੇ ਸਨ ਕਿ ਉਹਨਾਂ ਨੇ ਪ੍ਰਮਾਣ ਦੇ ਦੇ ਕੇ 70-80 ਮਿੰਟ ਇੱਕੋ ਸ਼ਬਦ ਦੀ ਧੁਨ ਦੇ ਉੱਤੇ ਪ੍ਰਮਾਣਾਂ ਨਾਲ ਗਾ ਲੈਣਾ। ਔਰ ਉਹਨਾਂ ਬਾਰੇ ਪ੍ਰਚਲਿਤ ਹੈ ਵੀ ਇੱਕ ਕੀਰਤਨ ਦਰਬਾਰ ਵਿੱਚ ਸਟੇਜ ਸੈਕਟਰੀ ਕਿਤੇ ਕਹਿ ਬੈਠਾ ਵੀ ਭਾਈ ਬਲਬੀਰ ਸਿੰਘ ਜੀ ਇੱਕ ਸ਼ਬਦ ਦਾ ਗਾਇਨ ਕਰਨਗੇ, ਉਹਨੂੰ ਪਤਾ ਨਹੀਂ ਸੀ। ਤੇ ਭਾਈ ਸਾਹਿਬ ਉਹਨੂੰ ਕਹਿੰਦੇ, ਭਲਿਆ ਮਾਨਸਾ, ਮੈਂ ਤਾਂ ਇੱਕ ਸ਼ਬਦ 1.5 ਘੰਟੇ 'ਚ ਵੀ ਗਾਉਣਾ, ਤੂੰ ਇਹ ਦੱਸ ਵੀ ਮੈਂ 5 ਮਿੰਟ ਗਾਉਣਾ ਕਿ 10 ਮਿੰਟ ਗਾਉਣਾ। ਮਤਲਬ ਇਹ ਜਿਹੜੀ ਪ੍ਰਮਾਣਾਂ ਦੀ ਇਹ ਵਾਰ ਪਰੰਪਰਾ ਦੇ ਵਿੱਚ ਹੈ ਵੀ ਸਲੋਕਾਂ ਦੇ ਨਾਲ ਉਹਨੂੰ ਅੱਗੇ ਤੋਰਨਾ। ਔਰ ਸਭ ਤੋਂ ਸਾਡਾ ਹੋਰ ਪ੍ਰਮਾਣਿਕ ਵੀ ਗੁਰੂ ਕਾਲ ਵਿੱਚ ਗਾਈ ਗਈ, ਪੰਚਮ ਪਾਤਸ਼ਾਹ ਜੀ ਨੇ ਸੰਪਾਦਨਾ ਕੀਤੀ, ਪਰ ਇਹਦਾ ਜਿਹੜਾ ਨਿਯਮ ਹੈ, ਇਹਦੀ ਜਿਹੜੀ ਮਰਿਆਦਾ ਹੈ, ਉਹ ਦਸਮ ਪਾਤਸ਼ਾਹ ਜੀ ਨੇ ਪਰਪੱਕ ਕਰਕੇ ਦੱਸੀ। ਇੱਕ ਪਾਸੇ ਆਨੰਦਪੁਰ ਦਾ ਕਿਲ੍ਹਾ ਛੱਡਿਆ, ਸਰਸਾ ਨਦੀ ਅੱਗਿਓਂ ਚੜ੍ਹੀ ਹੋਈ ਹੈ, ਉਹ ਸ਼ਹਿਰ ਉਜੜਦਾ ਜਾ ਰਿਹਾ, ਅੰਮ੍ਰਿਤ ਵੇਲਾ ਹੋ ਗਿਆ, ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪਿਆਰਿਓ ਸਿੱਖੋ, ਇਹ ਹੁਣ ਸਮਾਂ ਕਿਹੜਾ, ਇਹ ਆਸਾ ਕੀ ਵਾਰ ਦਾ ਸਮਾਂ ਹੈ। ਔਰ ਇਹ ਸੱਚ ਹੈ ਕਿ ਉਸ ਪੀਰੀਅਡ ਦੇ ਉੱਤੇ ਇੱਕ ਪਾਸੇ ਪਿੱਛੇ ਫੌਜਾਂ ਦੀ ਚੜ੍ਹਾਈ ਹੈ, ਇੱਕ ਪਾਸੇ ਅੱਗੇ ਖੰਡਿਤ ਪਰਿਵਾਰ ਵੀ ਹੋ ਰਿਹਾ, ਪਰ ਉਸ ਸਥਾਨ 'ਤੇ ਬਹਿ ਕੇ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਗਾਈ। ਇਹ ਮੇਰੀ ਕੌਮ ਦੀ ਮਰਿਆਦਾ ਹੈ, ਇਹ ਮੇਰੀ ਕੌਮ ਦੀ ਪਰੰਪਰਾ ਹੈ, ਇਹ ਇੱਕ ਅਕਾਲ ਦੀ ਸਿਮਰਤੀ ਦਾ ਸਮਾਂ ਹੋ ਗਿਆ। ਔਰ ਇਹਦੇ ਬਾਰੇ ਜਦੋਂ ਅੱਲਾ ਯਾਰ ਖਾਂ ਜੋਗੀ ਨੇ ਗੁਰੂ ਸਾਹਿਬਾਂ ਦਾ ਇਤਿਹਾਸ ਲਿਖਿਆ ਤਾਂ ਉਹਨੇ ਆਸਾ ਦੀ ਵਾਰ ਦਾ ਸਪੈਸ਼ਲ ਵੇਰਵਾ ਦਿੱਤਾ। ਮੈਂ ਚੰਦ ਸ਼ਬਦ ਹੈ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ। ਇਹ ਦਸਮ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਅੱਲਾ ਯਾਰ ਖਾਂ ਜੋਗੀ ਦੀਆਂ ਪੰਕਤੀਆਂ ਨੇ। ਕਹਿੰਦਾ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੀ ਜ਼ੀਰੋ ਬਮ ਕਾ ਚੜਾਓ ਉਤਾਰ ਕਾ। ਕਹਿੰਦੇ ਸਾਜ਼ ਵੀ ਕੱਸੇ ਗਏ, ਸਾਜ਼ਾਂ ਦੇ ਕੱਸਣ ਤੋਂ ਬਾਅਦ ਮਨਸ਼ਾ ਥਾ ਕਲਗੀ ਧਰ ਕੇ ਦਿਲ ਬੇਕਰਾਰ ਕਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਵਿੱਚ ਜਿਹੜੀ ਮਨਸ਼ਾ ਸੀ ਕਿ ਹੁਣ ਉਸ ਅਕਾਲ ਦੇ ਗੀਤ ਗਾਉਣ ਦਾ ਸਮਾਂ ਆ ਗਿਆ, ਜਿਹੜੀ ਮੇਰੇ ਪੰਥ ਦੀ ਮਰਿਆਦਾ, ਮੌਕਾ ਮਿਲੇ ਤੋਂ ਕਰ ਲੈ ਭਜਨ ਪਰਵਿਦਗਾਰ ਕਾ। ਕਹਿੰਦੇ ਜੇ ਇਸ ਭੀੜ ਦੇ ਸਮੇਂ ਵਿੱਚ ਵੀ ਆਪਾਂ ਨੂੰ ਸਿੱਖੋ ਮੌਕਾ ਮਿਲ ਗਿਆ ਨਾ, ਆਪਾਂ ਹੁਣ ਆਸਾ ਦੀ ਵਾਰ ਲਾਉਣੀ ਆ। ਔਰ ਇਹਦਾ ਭਾਵ ਕਿ ਇਹ ਜਿਹੜੀ ਮਰਿਆਦਾ ਹੈ ਪੰਥ ਦੀ, ਕਿ ਆਸਾ ਦੀ ਵਾਰ ਅੰਮ੍ਰਿਤ ਵੇਲੇ ਗਾਉਣੀ। ਔਰ ਜਿਵੇਂ ਅਸੀਂ ਸਵੇਰੇ ਪਾਣੀ ਨਾਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਸਵੱਛ ਤੇ ਪਵਿੱਤਰ ਕਰਦੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਦਾ ਇੱਕ ਉਹ ਰੂਪ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ। ਪਰ ਆਸਾ ਦੀ ਵਾਰ ਦਾ ਸੰਦੇਸ਼ ਹੈ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਵੀ ਮਨੁੱਖ ਨੇ ਦੇਵਤਾ ਕਿਵੇਂ ਬਣਨਾ। ਅਸਲ ਵਿੱਚ ਇਹ 24 ਇਹਨਾਂ ਪੌੜੀਆਂ ਦੇ ਵਿੱਚ ਹੈ ਕਿ ਮਨੁੱਖ ਤਾਂ ਸਾਰੇ ਮਨੁੱਖ ਨੇ, ਪਰ ਮਨੁੱਖ ਤੋਂ ਅਗਲੀ ਸਟੇਜ ਦੇਵਤੇ ਦੀ ਆ। ਜਿਵੇਂ ਪੁੱਤ ਤੇ ਸਾਰਿਆਂ ਦੇ ਪੁੱਤ ਨੇ, ਇੱਕ ਦੇ ਕਪੁੱਤ ਨੇ, ਇੱਕ ਦੇ ਸਪੁੱਤ ਨੇ। ਇਹਨਾਂ ਨੂੰ ਜਿਵੇਂ ਅਸੀਂ ਵੰਡ ਕਰਦੇ ਹਾਂ, ਜਿਹੜੀ ਗੰਧ ਹੈ ਇਹ ਤਾਂ ਹਰ ਇੱਕ ਦਾ ਨਾਂ ਮਹਿਕ ਹੈ, ਇੱਕ ਦੁਰਗੰਧ ਹੈ, ਇੱਕ ਸੁਗੰਧ ਹੈ। ਇਸੇ ਤਰ੍ਹਾਂ ਇਹ ਜਿਹੜਾ ਰੂਪ ਹੈ ਕਿ ਮਨੁੱਖ ਨੂੰ ਦੇਵਤਾ ਬਣਾਇਆ ਜਾ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਹਾਂ, ਜੇ ਆਸਾ ਕੀ ਵਾਰ ਦਾ ਧਿਆਨ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਅਰਥ-ਬੋਧ ਦੇ ਨਾਲ ਸਿਮਰਨ ਕੀਤਾ ਜਾਵੇ ਔਰ ਅਮਲ ਕੀਤਾ ਜਾਵੇ, ਕਿਉਂਕਿ ਫਿਰ ਨਵੇੜਾ ਅਮਲ 'ਤੇ ਹੁੰਦਾ, ਤਾਂ ਮਨੁੱਖ ਤੋਂ ਮਨੁੱਖ ਦੇਵਤਾ ਬਣ ਸਕਦਾ। ਉਹਦੇ ਵਿੱਚ ਖਾਸ ਕਰਕੇ ਭਾਵੇਂ ਆਸਾ ਦੇ 3 ਅਰਥ ਨੇ। ਆਸਾ ਦਾ ਅਰਥ ਆਸ਼ਾ ਵੀ ਹੈ, ਜੀਵੇ ਆਸਾ ਮਰੇ ਨਿਰਾਸਾ। ਆਸਾ ਦਾ ਅਰਥ ਡੰਡਾ ਵੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਉਂਦਾ, ਆਸਾ ਹੱਥ ਕਿਤਾਬ ਕੱਛ। ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ 'ਤੇ ਜਾਂਦੇ ਨੇ, ਬਾਣੀ ਵਾਲੀ ਪੁਸਤਕ ਉਹਨਾਂ ਦੀ ਕੱਛ ਵਿੱਚ ਹੈ, ਹੱਥ ਵਿੱਚ ਸੋਟਾ ਵੀ ਪਕੜਿਆ ਹੋਇਆ, ਕਿਉਂਕਿ ਜੰਗਲਾਂ ਬੀਆਬਾਨਾਂ ਦੇ ਵਿੱਚ ਜਾਣ ਵਾਲੇ ਪਾਤਸ਼ਾਹ ਹੱਥ ਵਿੱਚ ਸੋਟਾ ਵੀ ਜਿਹੜਾ ਭਾਈ ਗੁਰਦਾਸ ਦੀਆਂ ਵਾਰਾਂ ਨੇ ਅੰਕਿਤ ਕੀਤਾ ਹੈ, ਜਿਹਦੇ ਵਿੱਚੋਂ ਸਾਨੂੰ ਇਹ ਰੂਪ ਮਿਲਦਾ। ਹੁਣ ਮੈਂ ਜਿਹੜਾ ਹੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਕਿਉਂਕਿ ਮੂਲ ਮੰਤਰ ਦਾ ਪਾਠ ਵੀ ਹੋ ਗਿਆ, ਅੱਗੇ ਸ਼ਲੋਕ ਸ਼ੁਰੂ ਹੋ ਗਿਆ ਕਿ ਮੈਂ ਬਲਹਾਰ ਜਾਨਾ ਆਪਣੇ ਗੁਰੂ ਤੋਂ ਦਿਨ ਦੇ ਵਿੱਚ 100-100 ਵਾਰੀ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹਨੇ ਮਨੁੱਖ ਤੋਂ ਦੇਵਤੇ ਕੀਏ। ਔਰ ਗੁਰੂ ਜੇ 100 ਚੰਦਾ ਉਗਵੈ। ਅਗਲਾ ਸ਼ਲੋਕ ਹੈ ਵੀ ਜੇ ਸੈਂਕੜੇ ਚੰਦਰਮਾ ਹੋ ਜਾਣ
सूरज चढ़े हज़ार हज़ारां सूरज हो जाण इत्ते चानण होंदियां गुरबिन घोर अंधार। हुण ये बाहरी रोशनी दे प्रकार ने, जिवें साडे कहंदे ना विग्यान दा युग आ जी, विग्यान दे युग विच बाहरी रोशनी अज भी बहुत है, खोजां अज भी बहुत ने। आत्मक तौर ते और अध्यात्मक तौर ते समाज ज़्यादा टुटदा, क्योंकि बाहरी चानण नाल अंदरला चानण नहीं होना। एक बाहरी खेड है, एक अंदरली खेड है। गुरु कहंदे कि मैं उस सतगुरु तो बलहार जाना। गुरु हुण कई बारी सवाल आउंदा, गुरु तो खुद ही गुरु ने, गुरु नानक पातशाह गुरु की महिमा ही गा रहे हैं, पर वो खुद भी गुरु ने। पर कोई भी जदों रूप शुरुआत हुंदा तो आफ्टर ऑल समय पा के तो साडे समाज की लोड़ तो फिर गुरु है। पर गुरु की महिमा करदे मैनूं एक बहुत, मैं आप जी नाल शब्द साझा करांगा। किसे मुरशद ने चेले नूं पुछया कि गुरु किस तरह का, वो मेरे वर्गा थोड़ा ही ज्ञान रखता सी। कहंदा गुरु समुंदर वर्गा। मुरशद कहंदा क्यों? कहंदा समुंदर की थाह नहीं पाई जाती, उहदी लंबाई चढ़ाई डंगाई उहदे विच की कुछ छुपिया होया, ये मनुख की पहुँच तो बाहर है। मुरशद कहंदा भी कोई होर? कहंदा होर ते मैनूं पता नहीं। कहंदा फिर मेरे कोलों सुन। मुरशद कहंदा आंदा जदों औड़ लग जाती आ, गर्मियां हुंदियां ने, ढाबां दा पानी सुੱਕ ਜਾਂਦਾ, छप्पड़ां दा सुੱਕ ਜਾਂਦਾ, ਖੂਹਾਂ ਦਾ ਸੁੱਕ ਜਾਂਦਾ, छोटियां नहरां दा सुੱਕ ਜਾਂਦਾ, कदी समुंदर सुੱਕਿਆ वेख्या? कहंदा नहीं। आंदा गुरु इस करके सागर वर्गा, संसार तृष्णा की अग विच, काम क्रोध लोभ मोह हंकार की अग विच, पदार्थवाद की अग विच सुੱਕ सकदा सड़ सकदा, पर जदों गुरु कोले मनुख आएगा, गुरु कोलों फिर शीतलता मिलेगी। तुसीं निक्के निक्के जीव जंतु इन्हां सोके दे दिनां विच केवल समुद्रां दे कंढिਆਂ ते हुंदे आ, उन्हां नूं पता हुंदा कि सारे थां सुੱਕ चुके आ। कहंदा जी बहुत वधिया। कहंदा होर सुण, जदों बहुत बारिशां हुंदियां ने, खूह भी उबल जाते हैं, भर जाते हैं, टोबे भी भर जाते हैं, छप्पड़ भी भर जाते हैं, नहरां भी भर जांदियां ने, कदी समुंदरां विच हड़ आया वेख्या? कहंदा नहीं। कहंदा संसार थोड़ी जी वस्तु पा के कई वारी हंकार जांदा, जिवें हड़ आ जांदा। गुरु विच इन्नी समर्था हैगी है, इन्ना कुछ होण दे बावजूद भी समुंदर हमेशा शांत ही वगदे ने, उन्हां विच हड़ नहीं आउंदे। कहंदा जी ये भी बहुत वधिया। कहंदा आखिरी गल सुण, गुरु इस करके महान है, खूह खोदणे पैंदे आ, छप्पड़ बनाउणे पैंदे आ, नहरां भी कड्ढणीਆਂ पैंदियां दिहाड़ीए ला के भी असीं नहर बनाउणे आ, ढाबां भी खोदणीਆਂ पैंदियां। कदी दुनिया विच तुसीं कोई बंदे वेखे आ ਜਿਹੜੇ ਕਹਿੰਦੇ ਹੁਣ ਅਸੀਂ ਸਮੁੰਦਰ ਬਣਾਉਣ ਡਏ ਆ? हर चीज़ खोदनी पैंदी आ, समुंदर अपने वहण नाल आप बनदा। गुरु कहंदा इसलिए सागर जां समुंदर है, गुरु नूं किसी ने सिरजिया नहीं है। गुरु विच सहज भावी वेग है। जिवें असीं कहने कि पांधे कोलों पट्टी पढ़ी, गोपाल पंडित जी तो अखरी ज्ञान कीता, पर जिहड़ी काव कला है गुरु नानक पातशाह जी जिहदे विच बाणी चारण कीती, क्योंकि कवि कदी भी उस्ताद तो बिना नहीं बन सकदा, क्योंकि इहदे विच छंदाबंदी हुंदी है। गुरु नानक पातशाह जी दे काव कला का उस्ताद कौन है? इसलिए तो गुरु ने उन्हां कोले दैवी ज्ञान है। और उस तो बाद खास करके जिहड़े असीं संगीत जानते हैं, संगीत ते उस्ताद तो बिना बिल्कुल ही नहीं आउंदा। ना तो उन्होंने सरगम का पता लगता, ना कोमल तीव्र स्वरां का पता लगता, ना रागां का पता लगता। गुरु नानक पातशाह जी का रागां का उस्ताद कौन है? जिन्हां कोल उन्होंने कीर्तन की जाच सीखी होवे? नहीं है। क्योंकि इसे नूं असीं गुरु कहने आ कि जिहड़ा उन्हां दा दैवी अनुभव आ, और खास करके रबाब दे नाल गाउणा। भाई मरदाना जी की रबाब, गुरु पातशाह जी के इलाही बोल। मैं एक गल होर सांझी करां कि रबाब दे नाल अज साडे कोले तबला, ढोलक, मृदंग ताल वास्ते ने। रबाब दे नाल किते भी ताल नहीं है, ना तबला, ना ढोलक, ना मृदंग। रबाब दी एक तंदी दे विच रिदम हुंदा जिहड़ा तबले दी पकड़ नूं पकड़ के रखदा। ये मैं दो कलाकारां नूं सुनिया, एक हिंदी जगत दे विच, एक पंजाबी जगत दे विच। पंजाबी जगत दे गायक नूं तुसीं जाणदे हो कुलदीप मानक, उहने एक कौलां दा किस्सा गाया जिहदे विच ना ढोलक वजी ना तबला वजिया, एक तारां वाले साज नाल उहने सारे संगीत नूं पकड़ के रखिया। उहदी 4-5 मिनट दी आइटम सी। उस तो बाद भाई निर्मल सिंह खालसा जी ने आसा दी वार गाई रबाब दे नाल, सारी नहीं गाई,
ਉਹਨਾਂ ਨੂੰ ਕਿਸੇ ਥਾਂ ਦੇ ਕੋਈ ਲੋੜ ਸੀ, ਕੁਝ ਸ਼ਲੋਕ ਗਾਏ। ਉਹ ਰਬਾਬ ਦੇ ਨਾਲ, ਉਹਦੇ 'ਚ ਨਾ ਤਬਲਾ ਵੱਜਾ, ਨਾ ਢੋਲਕ ਵੱਜਾ, ਨਾ ਮਿਰਦੰਗ ਰਗਾ, ਉਹ ਤੰਦੀ ਦੀ ਪਕੜ ਦੇ ਨਾਲ ਉਹਨਾਂ ਗਾਈ ਆ। ਰਬਾਬ ਦੇ ਨਾਲ ਤਬਲੇ ਦੀ ਲੋੜ ਨਹੀਂ ਹੈ, ਰਬਾਬ ਦੀ ਇੱਕ ਤੰਦੀ ਦੇ ਵਿੱਚ ਤਾਲ ਹੈ। ਗੁਰੂ ਸਾਹਿਬਾਂ ਨੇ ਜਿਹੜੀ ਇਹ ਕੀਰਤਨ ਸ਼ੈਲੀ ਹੈ, ਇਹਨਾਂ ਜਿਹੜੇ 19 ਰਾਗ ਜਾਂ 20 ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ, ਔਰ ਉਹਨਾਂ ਦੀ ਜਿਹੜੀ ਗਾਇਨ ਸ਼ੈਲੀ ਰਬਾਬ ਦੇ ਨਾਲ ਆ, ਇੱਕ ਤਾਰਾਂ ਵਾਲੇ ਸਾਜ਼ ਦੇ ਨਾਲ ਆ, ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਇਹ ਪਰਮਾਤਮਾ ਦੀ ਉਸਤਤੀ, ਔਰ ਖਾਸ ਕਰਕੇ ਜਿਵੇਂ ਚੇਅਰਮੈਨ ਸਾਹਿਬਾਂ ਨੇ ਦੱਸਿਆ ਵੀ ਜਿਹੜਾ ਇਹ ਪਖੰਡ ਖੰਡਣੀ ਆ, ਕਿਉਂਕਿ ਭਾਰਤ ਦੀ ਇਸ ਭੂਮੀ ਦੇ ਉੱਤੇ ਧਾਰਮਿਕ ਤੌਰ 'ਤੇ ਜਿੰਨਾ ਅਡੰਬਰ ਹੋ ਰਿਹਾ ਸੀ, ਰਾਜਨੀਤਿਕ ਤੌਰ 'ਤੇ ਜਿੰਨਾ ਸਟੰਟ ਹੋ ਰਿਹਾ ਸੀ, ਸਮਾਜਿਕ ਤੌਰ 'ਤੇ ਜਿੰਨੇ ਅੰਧ ਵਿਸ਼ਵਾਸ ਸਨ, ਔਰ ਇਹਨਾਂ ਸਾਰੇ ਹੀ ਅੰਧ ਵਿਸ਼ਵਾਸਾਂ ਦਾ, ਰਾਜਨੀਤਿਕ ਲੋਕਾਂ ਦਾ, ਔਰ ਜਿਹੜਾ ਪੀੜ੍ਹੀ ਦਰ ਪੀੜ੍ਹੀ ਸ਼ਰਾਧਾਂ ਦੀ ਪਿਰਤੀ ਹੈ, ਸੂਤਕ ਪਾਤਕ ਦਾ ਲੋਕਾਂ ਦੀ ਮਾਨਤਾ ਹੈ, ਇਸਤਰੀ ਜਾਤੀ ਨੂੰ ਭੰਡਣ ਦੀ ਪ੍ਰਕਿਰਿਆ ਹੈ, ਪੁਸਤਕਾਂ ਦਾ ਹੰਕਾਰ ਹੈ, ਪੰਡਤਾਈ ਦਾ ਹੰਕਾਰ ਹੈ, ਇਸ ਸਾਰੇ ਨੂੰ ਇਸ ਆਸਾ ਕੀ ਵਾਰ ਦੇ ਵਿੱਚ ਪੇਸ਼ ਕੀਤਾ। ਔਰ ਇਸ ਤੋਂ ਬਾਅਦ ਜਿਹੜਾ ਪਹਿਲੀ ਪੌੜੀ ਤੋਂ ਸ਼ੁਰੂ ਹੋ ਕੇ ਜਿਸ ਤਰ੍ਹਾਂ ਗੁਰੂ ਦੀ ਮਹਿਮਾ ਹੈ, ਅੱਗੇ ਹੈ ਪ੍ਰਭੂ ਦੀ ਸ੍ਰਿਸ਼ਟੀ ਦਾ ਸੱਚ ਕੀ ਹੈ। ਜਦ ਦੂਸਰਾ ਪੌੜੀ ਤੇ ਉਸ ਤੋਂ ਪਹਿਲਾਂ ਸ਼ਲੋਕ ਸ਼ੁਰੂ ਹੁੰਦੇ ਨੇ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਕਿਉਂਕਿ ਕੁਝ ਸਾਡਾ ਭਾਰਤ ਦਾ ਧਾਰਮਿਕ ਜਗਤ ਉਹ ਸੀ ਜਿਹੜਾ ਸਮਝਦਾ ਸੀ ਕਿ ਇਹ ਦੁਨੀਆ ਝੂਠੀ ਜਿਹੀ ਹੈ, ਇਹ ਤੋਂ ਅਪਰਾਮ ਹੋ ਕੇ ਉਹ ਕੋਈ ਪਹਾੜਾਂ ਨੂੰ ਜਾ ਰਿਹਾ, ਕੋਈ ਕੰਧਰਾਂ 'ਚ ਛੁਪ ਰਿਹਾ, ਕੋਈ ਘਰ-ਬਾਰ ਤਿਆਗ ਰਿਹਾ, ਕੋਈ ਕੱਪੜੇ ਤਿਆਗ ਕੇ ਕੋਈ ਦਿਗੰਬਰ ਹੋ ਗਿਆ, ਕੋਈ ਪਤੰਬਰ ਹੋ ਗਿਆ, ਕੋਈ ਨਿੱਕੀਆਂ ਨਿੱਕੀਆਂ ਕਰਮ ਕਾਂਡਾਂ 'ਚ ਰੁਕਿਆ ਹੋਇਆ। ਗੁਰੂ ਸਾਹਿਬਾਂ ਨੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਜਿਹੜਾ ਮੇਰਾ ਕਰਤਾ ਹੈ, ਜਿਹੜਾ ਤੁਹਾਡਾ ਅਕਾਲ ਹੈ, ਉਹਦਾ ਜੇ ਸਹਿਬੰਗ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਤੇ ਉਹਦੇ ਜਿਹੜੇ ਖੰਡ ਬ੍ਰਹਿਮੰਡ ਨੇ ਉਹ ਸੱਚੇ ਨੇ, ਕਿਉਂਕਿ ਉਹ ਸੱਚੇ ਨੇ ਪੈਦਾ ਕੀਤੇ ਨੇ। ਭਾਵੇਂ ਆਸਤਕ ਮਤੀਆਂ ਵਿੱਚ ਤੇ ਨਾਸਤਕ ਮਤੀਆਂ ਵਿੱਚ ਵਿਚਾਰ ਗੋਸ਼ਟੀ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਰਹਿੰਦੀ ਹੈ, ਪਰ ਇਹ ਜਿਹੜੀ ਜਿਵੇਂ ਉਹ ਪੁਰਾਣੇ ਸਮੇਂ ਦੀ ਗੱਲ ਆ ਨਾ ਕਿ ਨਾਸਤਕ ਬੰਦਾ ਮੰਨਿਆ ਨਾ ਕਰੇ ਵੀ ਇਹ ਕੁਦਰਤ ਕਿਸੇ ਨੇ ਪੈਦਾ ਕੀਤੀ ਹੈ। ਤੇ ਇੱਕ ਦਿਨ ਆ ਕੇ ਆਸਤਕ ਬੰਦੇ ਨੇ ਨਾਸਤਕ ਨੂੰ ਕਹਾਣੀ ਸੁਣਾਈ, ਕਹਿੰਦਾ ਵੀ ਕੱਲ ਮੈਂ ਨਾ ਇੱਕ ਸਮੁੰਦਰ ਦੇ ਵਿੱਚ ਕਿਸ਼ਤੀ ਤੁਰੀ ਜਾਂਦੀ ਵੇਖੀ। ਨਾਸਤਕ ਕਹਿੰਦਾ ਵੀ ਇਹ ਕਿਹੜੀ ਵੱਡੀ ਗੱਲ ਆ, ਕਿਸ਼ਤੀ ਸਮੁੰਦਰ 'ਚ ਹੀ ਚੱਲਦੀ ਹੁੰਦੀ ਆ। ਕਹਿੰਦਾ ਮੇਰੀ ਅਗਲੀ ਗੱਲ ਤੇ ਸੁਣ, ਉਹਨੂੰ ਚੱਪੂ ਮਾਰਨ ਵਾਲਾ ਕੋਈ ਵੀ ਮਲਾਹ ਨਹੀਂ ਸੀ ਹੈਗਾ, ਉਹ ਆਰਾਮ ਨਾਲ ਸਿੱਧੀ ਜਾ ਰਹੀ ਸੀ। ਨਾਸਤਕ ਬੰਦਾ ਅੜ ਗਿਆ, ਕਹਿੰਦਾ ਇਹ ਹੋ ਹੀ ਨਹੀਂ ਸਕਦਾ। ਆਂਦਾ ਬੇੜੀ ਜਾਂਦੀ ਹੋਵੇ ਸਮੁੰਦਰ 'ਚ ਤੇ ਮਲਾਹ ਹੋਵੇ ਹੀ ਨਾ ਚੱਪੂ ਮਾਰਨ ਵਾਲਾ, ਤੇ ਉਹ ਸਵਾਰੀਆਂ ਲੈ ਕੇ ਇਕੱਲੀ ਕਿਵੇਂ ਚਲੀ ਜਾਊਗੀ, ਇਹ ਮੈਂ ਮੰਨਦਾ ਨਹੀਂ। ਉਹ ਕਹਿੰਦਾ ਇਹੋ ਹੀ ਤਾਂ ਤੈਨੂੰ ਮੈਂ ਮਨਾਉਣਾ ਸੀ, ਜੇ ਇੱਕ ਲੱਕੜ ਦੀ ਬੇੜੀ ਮਲਾਹ ਤੋਂ ਬਿਨਾਂ ਨਹੀਂ ਚੱਲ ਸਕਦੀ, ਐਡਾ ਵੱਡਾ ਸੰਸਾਰ ਰੂਪੀ ਬੇੜਾ ਮਲਾਹ ਤੋਂ ਬਿਨਾਂ ਕਿਵੇਂ ਚੱਲ ਜੂਗਾ। ਆਂਦਾ ਇਹੋ ਹੀ ਤਾਂ ਮੈਂ ਤੈਨੂੰ ਕਹਿਣਾ ਚਾਹੁੰਦਾ ਸੀ ਵੀ ਤੂੰ ਅੜ ਜਾਣਾ ਤੇ ਮੈਂ ਤੈਨੂੰ ਗੱਲ ਮਨਾਉਣੀ ਆ, ਵੀ ਜੇ ਏਡਾ ਵੱਡਾ ਸੰਸਾਰ ਤੂੰ ਕਹਿੰਦਾ ਬਿਨਾਂ ਮਲਾਹ ਤੋਂ ਚੱਲ ਰਿਹਾ ਤੇ ਨਿੱਕੀ ਜੀ ਲੱਕੜ ਦੀ ਕਿਸ਼ਤੀ ਬਿਨਾਂ ਮਲਾਹ ਤੋਂ ਚੱਲ ਨਹੀਂ ਸਕਦੀ। ਹੁਣ ਇਹਨਾਂ ਦੋਨਾਂ ਗੱਲਾਂ ਦਾ ਜਿਹੜਾ ਤੱਤ ਗਿਆਨ ਆ, ਮੈਂ ਕਹਿੰਦਾ ਉਹਨਾਂ ਕਿ ਜਿਹੜੀਆਂ ਸਾਖੀ ਸਾਹਿਤ ਹੈ ਜਾਂ ਜਿਹੜਾ ਕਹਾਣੀ ਸਾਹਿਤ ਹੈ, ਇਹ ਭਾਰਤ ਵਿੱਚ ਖਲੀਲ ਜ਼ਬਰਾਨ ਤੋਂ ਲੈ ਕੇ ਪੰਚਤੰਤਰ ਦੀਆਂ ਕਹਾਣੀਆਂ ਤੋਂ ਲੈ ਕੇ, ਔਰ ਖਾਸ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਕਰਮ ਕਾਂਡਾਂ ਨੂੰ ਖੰਡਣ ਵਾਲੀਆਂ ਬਹੁਤ ਹੀ ਰਸਦਾਇਕ ਕਹਾਣੀਆਂ ਨੇ ਜਿਹੜੀਆਂ ਕਾਵਿ ਰੂਪ ਦੇ ਵਿੱਚ ਨੇ। ਔਰ ਇਹ ਅਸਲ ਵਿੱਚ ਮਨੁੱਖ ਨੂੰ ਸਰਲ ਭਾਸ਼ਾ ਵਿੱਚ ਇੱਕ ਸਿਖਾਉਣ ਦਾ ਢੰਗ ਸੀਗਾ। ਗੁਰੂ ਪਾਤਸ਼ਾਹ ਨੇ ਇਹਨਾਂ ਸੰਸਾਰੀ ਉਦਾਹਰਨਾਂ ਦੇ ਨਾਲ ਇਹਨਾਂ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਸਭ ਕੁਝ ਉਹਦੀ ਕਿਰਤ ਹੈ, ਇਹ ਸਭ ਪ੍ਰਭੂ ਦੀ ਸਿਰਜੀ ਹੋਈ ਸੱਚ ਹੈ। ਇਹਦੇ ਵਿੱਚ ਤੁਸੀਂ ਤਾਂ ਸਮਝ ਸਕੋਗੇ ਕਿ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ, ਵੀ ਇਹ ਸੱਚੇ ਦੀ ਕੋਠੜੀ ਹੈ, ਇਹਨੂੰ ਝੂਠ ਨਾ ਸਮਝੋ। ਸੱਚਾ ਇਹਦੇ ਵਿੱਚ ਵਸਦਾ ਵੀ ਹੈ, ਸੱਚਾ ਵਸਦਾ ਹਰ ਮਨੁੱਖ ਦੇ ਹਿਰਦੇ ਵਿੱਚ। ਜਦੋਂ ਹਰ ਮਨੁੱਖ ਦੇ ਹਿਰਦੇ ਵਿੱਚੋਂ ਤੁਸੀਂ ਸੱਚੇ ਨੂੰ ਭਾਲੋਗੇ, ਤੁਹਾਡੀਆਂ ਨਫ਼ਰਤਾਂ, ਤੁਹਾਡੇ ਜਾਤ ਪਾਤ ਦੇ ਵਿਤਕਰੇ, ਤੁਹਾਡੇ ਸਬ ਕਾਸਟਾਂ ਦੇ ਵਿਤਕਰੇ, ਤੁਹਾਡੇ ਕਾਲੇ ਗੋਰੇ ਦੇ ਵਿਤਕਰੇ, ਦੇਸਾਂ ਪ੍ਰਦੇਸਾਂ ਦੇ ਵਿਤਕਰੇ ਆਪਣੇ ਆਪ ਖਤਮ ਹੋ ਜਾਣਗੇ। ਔਰ ਜਦ ਤੱਕ ਕਿਸੇ ਸਮਾਜ ਵਿੱਚੋਂ ਇਹ ਚੀਜ਼ ਖਤਮ ਨਹੀਂ ਹੁੰਦੀ, ਉਹ ਵਿਕਾਸ ਨਹੀਂ ਕਰ ਸਕਦਾ। ਇਹ ਵਿਕਾਸ ਦੀ ਜੜ ਗੁਰੂ ਸਾਹਿਬ ਇਸੇ ਲਈ ਕਹਿੰਦੇ ਵੀ ਇਹਨੂੰ ਰੋਜ਼ ਅੰਮ੍ਰਿਤ ਵੇਲੇ ਪੜ੍ਹਨਾ ਜਾਂ ਅੰਮ੍ਰਿਤ ਵੇਲੇ ਸੁਣਨਾ, ਤਾਂ ਕਿ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਹੋ ਸਕੇ ਕਿ ਕੁਦਰਤ ਦਾ ਸਭ ਕੁਝ ਸੱਚਾ, ਪਰ ਤੇਰੀ ਜਿਹੜੀ ਹੋਂਦ ਹੈ ਇਹ ਬਹੁਤ ਥੋੜ੍ਹ ਚਿਰੀ ਆ।
ਇਹਨੂੰ ਜਿੰਨਾ ਖੁੱਲੇ ਦਿਲ ਨਾਲ ਸੰਸਾਰ ਵਿੱਚ ਵਿਚਰੇਗਾ, ਨਫ਼ਰਤਾਂ ਤੋਂ ਉੱਪਰ ਉੱਠ ਕੇ, ਤੇ ਤੇਰਾ ਜੀਵਨ ਵੀ ਸਫਲਾ ਹੋਏਗਾ ਔਰ ਤੂੰ ਚੰਗਾ ਜੀਵਨ ਜਿਉ ਸਕੇਗਾ। ਅੱਗੇ ਤੀਸਰੀ ਪੌੜੀ ਵਿੱਚ ਕੁਦਰਤ ਦਾ ਅਨੁਭਵ ਹੈ, ਕਿ ਜਿਹਦੇ ਵਿੱਚ ਵਸਮਾਦ ਹੈ। ਕਈ ਵਾਰੀ ਬੰਦਾ ਨਾ ਜਦੋਂ ਬਾਰਿਸ਼ ਹੁੰਦੀ ਹੋਵੇ, ਸਰਦੀਆਂ ਦੇ ਦਿਨਾਂ ਵਿੱਚ ਬੜੀ ਸੋਹਣੀ ਧੁੱਪ ਚੜ੍ਹੀ ਹੋਵੇ, ਇਹ ਜਿਹੜੀ ਸੂਰਜ ਚੰਦਰਮਾ ਦੀ ਪੂਜਾ ਇਹ ਕਿਸੇ ਸਮੇਂ ਵਿੱਚ ਮਨੁੱਖ ਦੇ ਵਸਮਾਦ 'ਚੋਂ ਹੀ ਪੈਦਾ ਹੋਈ ਹੈ। ਜਦੋਂ ਉਹਨੂੰ ਠੰਡ ਲੱਗੀ, ਸੂਰਜ ਨੇ ਗਰਮੀ ਦਿੱਤੀ, ਉਹਨੂੰ ਲੱਗਾ ਇਹ ਕੋਈ ਦੇਵਤਾ। ਇਹ ਠੀਕ ਹੈ ਕਿ ਮਨੁੱਖ ਦਾ ਵਿਕਾਸ ਹੈ। ਜਿਵੇਂ ਛੋਟਾ ਜਿਹਾ ਬੱਚਾ, ਆਪਾਂ ਸਾਰੇ ਪੰਜਾਬੀ ਲੋਕ ਹੀ ਹਾਂ, ਸਾਡਾ ਬੱਚਾ ਜਦੋਂ ਦੁੱਧ ਨਾ ਪੀਵੇ, ਪਾਣੀ ਨਾ ਪੀਵੇ, ਰੋਟੀ ਨਾ ਖਾਵੇ, ਅਸੀਂ ਕਹਿੰਦੇ ਪਾਣੀ ਪੀ ਲਾ ਨਹੀਂ ਮਾਓ ਆਜੋ, ਦੁੱਧ ਪੀ ਲਾ ਨਹੀਂ ਮਾਓ ਆਜੋ, ਅਤੇ ਉਹ ਬੱਚਾ ਅੱਖਾਂ ਮੀਚ ਕੇ ਗਟ ਗਟ ਕਰਕੇ ਦੁੱਧ ਪੀ ਲੈਂਦਾ, ਕਿਉਂਕਿ 3 ਸਾਲਾਂ ਦਾ ਬੱਚਾ, ਮਾਓ ਉਹਦੇ ਵਾਸਤੇ ਹਊਆ ਹੈਗੀ ਆ। ਪਰ ਜਦੋਂ ਉਹ 5 ਸਾਲਾਂ ਦਾ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਮਾਓ ਤਾਂ ਬਿੱਲੀ ਨੂੰ ਕਹਿੰਦੇ ਆ, ਉਹ ਬਿੱਲੀ ਨਾਲ ਖੇਡਣ ਲੱਗ ਪੈਂਦਾ। 3 ਸਾਲਾਂ 'ਚ ਉਹ ਡਰਦਾ, 5-6 ਸਾਲਾਂ ਦਾ ਉਸੇ ਬਿੱਲੀ ਨਾਲ ਖੇਡੀ ਜਾਂਦਾ। ਇਹਨੂੰ ਮੈਂ ਕਹਿੰਦਾ ਵਿਕਾਸ ਹੈ, ਇਹ ਵਿਕਾਸ ਹੈ। ਜਾਂ ਕਹਿੰਦੇ ਕੋਕੋ ਲੈ ਗਈ, ਤੇਰੀ ਚੀਜ਼ ਕੋਕੋ ਲੈ ਗਈ, ਉਹ ਕੋਕੋ ਸਮਝਦਾ ਵੀ ਕੋਕੋ ਕੋਈ ਦੇਵੀ, ਕੋਈ ਸ਼ਕਤੀ ਹੈ। ਜਦੋਂ ਉਹ 7-8 ਸਾਲਾਂ ਦਾ ਹੁੰਦਾ, ਉਹਨੂੰ ਪਤਾ ਜਿਹੜੀ ਆ ਰੁੱਖਾਂ 'ਤੇ ਗਾਲੜ ਖੇਡਦੀ ਫਿਰਦੀ, ਇਹਨੂੰ ਕੋਕੋ ਕਹਿੰਦੇ ਆ। ਫਿਰ ਉਹਦੇ ਪਿੱਛੇ ਰੋੜੇ ਚਲਾਉਣੇ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਹੀ ਜਿਵੇਂ ਮਨੁੱਖ ਦਾ ਵਿਕਾਸ ਹੈ, ਇਸੇ ਤਰ੍ਹਾਂ ਹੀ ਸਮਾਜ ਕਿਸੇ ਗੱਲ ਨੂੰ ਕਿਸੇ ਸਮੇਂ ਵਿੱਚ ਕੀ ਸਮਝਦਾ। ਕਿਸੇ ਸਮੇਂ ਜਿਹੜਾ ਮਨੁੱਖ ਭੋਲਾ ਭਾਲਾ ਸੀ, ਉਹਨੇ ਕਿਹਾ ਚੰਦਰਮਾ ਵੀ ਇੱਕ ਦੇਵਤਾ, 15 ਦਿਨਾਂ ਵਾਸਤੇ ਚਾਨਣ ਕਰਦਾ, ਕਿੰਨੀ ਸੋਹਣੀ ਰਾਤ ਲੱਗਦੀ ਹੈ। ਇੰਦਰ ਵੀ ਕੋਈ ਦੇਵਤਾ, ਜਦੋਂ ਮੀਂਹ ਪੈਂਦਾ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਉਹਨੇ ਸਮਾਦ ਵਿੱਚ ਆ ਕੇ, ਕਿਉਂਕਿ ਇਹ ਮਨੁੱਖ ਦੀ ਪ੍ਰਾਇਮਰੀ ਸਟੇਜ ਸੀ, ਮੈਂ ਇਹਦੀ ਅੱਜ ਦੇ ਯੁੱਗ ਵਿੱਚ ਪ੍ਰੋੜਤਾ ਨਹੀਂ ਕਰ ਰਿਹਾ, ਮੈਂ ਮਨੁੱਖ ਦੀ ਪ੍ਰਾਇਮਰੀ ਸੋਚ ਦੇ ਸਮੇਂ ਵਿੱਚ ਪ੍ਰੋੜਤਾ ਕਰ ਰਿਹਾ। ਉਦੋਂ ਉਹਨੂੰ ਚੰਦਰਮਾ ਵੀ ਦੇਵਤਾ ਲੱਗਾ, ਸੂਰਜ ਵੀ ਦੇਵਤਾ ਲੱਗਾ, ਇੰਦਰ ਵੀ ਦੇਵਤਾ ਲੱਗਾ, ਅਗਨੀ ਵੀ ਦੇਵਤਾ ਲੱਗੀ, ਕਿਉਂਕਿ ਉਹਨੂੰ ਅੱਗ ਨਹੀਂ ਸੀ ਬਾਲਣੀ ਆਉਂਦੀ। ਅਤੇ ਜਦੋਂ ਕਿਤੇ ਕੁਦਰਤੀਆਂ ਨੇ ਵੱਟਿਆਂ 'ਚੋਂ ਅੱਗ ਬਾਲੀ, ਜਾਂ ਹਵਾ ਨਾਲ ਕਿਤੇ ਰੁੱਖਾਂ ਦੇ ਬਾਂਸਾਂ ਦੇ ਰੁੱਖਾਂ ਨੂੰ ਅੱਗ ਲੱਗੀ, ਉਹਨੂੰ ਲੱਗਾ ਵੀ ਇਹਦੇ ਵਿੱਚ ਭੋਜਨ ਪੱਕ ਜਾਂਦਾ, ਇਹਦਾ ਮਤਲਬ ਇਹ ਵੀ ਕੋਈ ਦੇਵਤਾ। ਇਸ ਲਈ ਉਹਨੇ ਇੰਨੇ ਦੇਵਤੇ ਇੱਕ ਪੀਰੀਅਡ ਵਿੱਚ ਮਿਥੀ ਗਿਆ ਕਿ ਉਹ ਦੇਵਤੇ, ਉਹਦਾ ਮਿਥਣ ਦਾ ਕਾਰਨ ਹੈ ਕਿ ਉਹਦੀ ਸਟੇਜ ਛੋਟੀ ਸੀ, ਅਤੇ ਛੋਟੀ ਸਟੇਜ ਦੇ ਵਿੱਚ ਉਹਦਾ ਅਨੁਭਵ ਇੰਨਾ ਕੁ ਸੀ। ਜਦੋਂ ਅਨੁਭਵ ਮਨੁੱਖ ਦਾ ਵਧੀ ਜਾਂਦਾ, ਅਤੇ ਅਨੁਭਵ ਵਧਣ ਦੇ ਨਾਲ ਉਹਨੂੰ ਕਈਆਂ ਗੱਲਾਂ ਦਾ, ਸਪੋਜ਼ ਵਰਤ ਰੱਖਣਾ ਇੱਕ ਰਿਵਾਜ ਬਣ ਗਿਆ ਬਈ ਸਾਲ ਦੇ ਵਿੱਚ ਪਤੀ ਦੀ ਲੰਬੀ ਉਮਰ ਵਾਸਤੇ ਵੇਖਾ ਵੇਖੀ 5-10% ਸਿੱਖ ਪਰਿਵਾਰ ਵੀ ਵਰਤ ਵਿੱਚ, ਬੀਬੀਆਂ ਨੇ ਸੋਚਿਆ ਵੀ ਸਾਡਾ ਸਾਂਝਾ ਕਲਚਰ ਹੈ, ਵੀ ਚੱਲ ਜੇ ਦੂਜਿਆਂ ਪਰਿਵਾਰਾਂ ਨੇ, ਕਿਸੇ ਗੈਰ ਸਿੱਖ ਨੇ ਰੱਖਿਆ, ਅਸੀਂ ਵੀ ਰੱਖ ਲਿਆ। ਮੈਂ ਕਹਿੰਦਾ ਕਿ ਇਹਦੇ ਪਿਛੋਕੜ ਵੱਲ ਨਹੀਂ ਜਾਓ। ਇਹਦਾ ਪਿਛੋਕੜ ਹੈ ਸਤੀ ਦੀ ਰਸਮ। ਵਰਤ ਸ਼ੁਰੂ ਕਿੱਥੋਂ ਹੋਇਆ? ਸਤੀ ਦੀ ਰਸਮ ਤੋਂ, ਕਿਉਂਕਿ ਸਤੀ ਦੀ ਰਸਮ ਸਾਡੇ ਹਿੰਦੁਸਤਾਨ ਵਿੱਚ ਬੜਾ ਚਿਰ ਰੋਕੀ ਨਾ ਜਾ ਸਕੀ। ਜਿਹਦੇ ਪਤੀ ਦੀ ਡੈਥ ਹੋ ਜਾਂਦੀ ਹੈ, ਪਤਨੀ ਨੂੰ ਸਾੜਿਆ ਜਾਂਦਾ ਸੀ, ਉਹ ਨਹੀਂ ਵੀ ਸੀ ਸੜਨਾ ਚਾਹੁੰਦੀ। ਸਾਡੇ ਧਾਰਮਿਕ ਅਡੰਬਰੀ ਲੋਕ ਉਹਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਸਿੱਟ ਦਿੰਦੇ ਸਨ। ਤੁਸੀਂ ਦੇਵ ਸਮਾਜ ਪੜ੍ਹ ਲਓ, ਜਦੋਂ ਰਜਿੰਦਰ ਮੋਹਨ ਰਾਏ, ਉਹਦੇ ਭਰਾ ਦੀ ਡੈਥ ਹੋਈ, ਉਹਦੀ ਭਰਜਾਈ ਸਤੀ ਨਹੀਂ ਸੀ ਹੁੰਦੀ। ਪੰਡਿਤ ਪੁਰੋਹਿਤ ਕਹਿੰਦੇ ਜੀ ਸਤੀ ਹੋਣਾ ਪੈਣਾ, ਸਾਡਾ ਰਿਵਾਜ ਹੈ। ਉਹ ਕਹੇ ਮੈਂ ਸੜਨਾ ਨਹੀਂ। ਔਰ ਕਹਿੰਦੇ ਖੜਤਾਲਾਂ ਵਜਾਓ, ਢੋਲ ਵਜਾਓ, ਚਮਟੇ ਵਜਾਓ, ਇਹਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਇਹਨੂੰ ਸਿੱਟ ਦਿਓ ਅੱਗ ਵਿੱਚ। ਉਹਨੂੰ ਚੀਕਾਂ ਮਾਰਦੀ ਨੂੰ ਉਹਨੂੰ ਸਾੜ ਦਿੱਤਾ ਗਿਆ। ਅਤੇ ਤਦ ਰਾਜਾ ਰਾਮ ਮੋਹਨ ਰਾਏ ਨੇ, ਉਹ ਇੰਗਲਿਸ਼ ਦਾ ਅੱਛਾ ਪੜ੍ਹਿਆ ਲਿਖਿਆ ਸੀ, ਕਲਕੱਤੇ ਦਾ, ਉਹਨੇ ਅੰਗਰੇਜ਼ਾਂ ਨੂੰ ਕਿਹਾ ਕਿ ਸਤੀ ਦਾ ਇੱਕ ਐਕਟ ਪਾਸ ਕਰੋ ਕਿ ਇਹਨੂੰ ਜੁਰਮ ਕਰਾਰ ਦਿਓ। ਇਹ ਤਾਂ ਹਿੰਦੁਸਤਾਨ ਵਿੱਚ ਬੜਾ ਮਤਲਬ ਅਪੱਧਰ ਹੋ ਰਿਹਾ। ਹਾਲਾਂਕਿ ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਨੇ, ਔਰ ਸਾਰੇ ਹੀ ਗੁਰੂ ਸਾਹਿਬਾਨ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਨੂੰ ਸਤੀਆਂ ਹੋਣ ਤੋਂ ਰੋਕਦੇ ਰਹੇ ਨੇ। ਔਰ ਤੀਸਰੇ ਪਾਤਸ਼ਾਹ ਦੀ ਬਾਣੀ ਵਿੱਚ ਵੀ ਆ, ਸਤੀਆਂ ਇਹ ਨਾ ਆਖੀਏ ਜੋ ਮੜੀਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੇ ਬਿਰਹੋਂ ਚੋਟ ਮਰਨ। ਤੁਸੀਂ ਇਹਨਾਂ ਨੂੰ ਸਤੀਆਂ ਨਾ ਕਹੋ ਜਿਨ੍ਹਾਂ ਨੂੰ ਤੁਸੀਂ ਸਾੜ ਦਿੰਦੇ ਹੋ। ਜਿਹੜੀ ਬਿਰਹਾ ਵਿੱਚ, ਵਿਛੋੜੇ ਵਿੱਚ, ਪਤੀ ਦੇ ਵਿੱਚ ਜੀਵਤ ਹੈ, ਅਸਲ ਸਤੀ ਉਹ ਹੈ, ਕਿਉਂਕਿ ਉਹਦੇ ਵਿੱਚ ਦਰਦ ਹੈ, ਉਹਦੇ ਵਿੱਚ ਮੋਹ ਹੈ, ਉਹਦੇ 'ਚ ਪਿਆਰ ਹੈ, ਉਹਦੇ 'ਚ ਵਿਰਾਗ ਹੈ, ਉਹਦੇ 'ਚ ਵਿਛੋੜਾ ਹੈ। ਇਹ ਜਿਹੜੀ ਸਤੀ ਦੀ ਰਸਮ ਸੀ, ਇਹ ਸਾਡੇ ਕੋਲੋਂ ਰੁਕੀ ਨਾ। ਬੀਬੀਆਂ ਵਿਚਾਰੀਆਂ ਨੇ ਪੁੱਛਿਆ, ਕਿਸੇ ਸਿਆਣੇ ਨੂੰ ਹੀ ਪੁੱਛਣਾ ਸੀ ਜਿਹੜੇ ਉਦੋਂ ਧਾਰਮਿਕ ਅਡੰਬਰੀ ਸਨ। ਉਹਨੇ ਕਹਿਤਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਵਰਤ ਰੱਖਿਆ ਕਰੋ, ਤੁਹਾਡੇ ਪਤੀ ਦੀ ਉਮਰ ਲੰਬੀ ਹੋ ਜਾਏਗੀ। ਜੇ ਉਹਦੀ ਉਮਰ ਲੰਬੀ ਹੋ ਜਾਏਗੀ ਤਾਂ ਤੁਹਾਡੀ ਉਮਰ ਵੀ ਲੰਬੀ ਹੋ ਜਾਏਗੀ। ਮੈਂ ਕਹਿੰਦਾ ਕਿ ਜੇ ਇਹ ਰਿਵਾਜ ਉਲਟ ਹੁੰਦਾ ਕਿ ਪਤਨੀ ਦੀ ਮੌਤ ਤੋਂ ਬਾਅਦ ਬੰਦੇ ਨੂੰ ਸਤੀ ਹੋਣਾ ਪੈਂਦਾ, ਤੇ ਅਸੀਂ ਬੰਦਿਆਂ ਨੇ ਵਰਤ ਰੱਖ ਕੇ ਬੈਠੇ ਹੋਇਆ ਕਰਨਾ ਸੀ, ਬਚਾ ਤੇ ਅਸੀਂ ਵੀ ਆਪਣਾ ਕਰਨਾ ਸੀ। ਇਹ ਤਾਂ ਸਹਿਜ ਭਾਵੀ ਵੀ ਅਸੀਂ ਮਰਦ ਪ੍ਰਧਾਨ ਸੀ,
ਤੇ ਬੀਬੀਆਂ ਵਿਚਾਰੀਆਂ ਤੇ ਜ਼ੁਲਮ ਹੋ ਗਿਆ। ਤੇ ਜੇ ਬੀਬੀਆਂ ਪ੍ਰਧਾਨ ਹੁੰਦੀਆਂ ਤੇ ਬੰਦਿਆਂ ਨੇ ਵਰਤ ਰੱਖ ਲਿਆ ਕਰਨਾ ਸੀ। ਇਹ ਡਰ ਦੇ ਵਿੱਚੋਂ ਰਸਮ ਪੈਦਾ ਹੋਈ ਆ। ਹੁਣ ਅਸਲ ਜਿਹੜਾ ਤੱਤ ਹੈ, ਜਿਹੜਾ ਗੁਰੂ ਸਾਹਿਬ ਵਾਰ-ਵਾਰ ਪ੍ਰੇਰ ਕਰਦੇ ਨੇ ਕਿ ਜਿਹੜੀ ਜਦ ਤੱਕ ਮਨੁੱਖ ਜੜ ਨਹੀਂ ਸਹੀ ਪਕੜਦਾ ਉਹਦਾ ਇਲਾਜ ਵੀ ਸਹੀ ਨਹੀਂ ਹੋ ਸਕਦਾ। ਜਦੋਂ ਅਸੀਂ ਕਹਿੰਦੇ, ਜਦੋਂ ਸਾਰੇ ਹੀ ਕਾਰਨ ਗਲਤ ਲੱਭ ਲੈਂਦੇ ਆ। ਇੱਕ ਮੈਂ ਹੋਰ ਗੱਲ ਕਰ ਲਾਂ, 5 ਮਿੰਟ ਰਹਿੰਦੇ ਆ। ਹਿੰਦੁਸਤਾਨ ਵਿੱਚ ਜਿਹੜਾ ਰੋਗ ਆ ਜਿਹਦਾ ਅੰਗਰੇਜ਼ਾਂ ਨੇ ਨਾਂ ਰੱਖਿਆ ਸਮਾਲ ਪੌਕਸ, ਭਾਰਤੀਆਂ ਨੇ ਨਾਂ ਰੱਖਿਆ ਮਾਤਾ ਨਿਕਲਣੀ। ਸਮਾਲ ਪੌਕਸ ਦਾ ਅਰਥ ਹੈ ਛੋਟੇ ਫੋੜੇ, ਭਾਰਤੀਆਂ ਦਾ ਪੱਧਰ ਇੰਨਾ ਕੁ ਸੀ, ਇਹ ਕਹਿੰਦੇ ਮਾਤਾ ਦਾ ਕਹਿਰ ਹੋ ਗਿਆ। ਅੰਗਰੇਜ਼ਾਂ ਦਾ ਰਾਜ ਸੀ, ਉਹ ਆਪਣੇ ਬੱਚਿਆਂ ਨੂੰ ਇੰਜੈਕਸ਼ਨ ਲਾਉਂਦੇ ਸਨ। ਹੁਣ ਪਹਿਲਾਂ ਹੈ ਕਿ ਬਿਮਾਰੀ ਪੈਦਾ ਕਿਉਂ ਹੋਈ, ਕਿਉਂਕਿ ਮੇਰਾ ਲਾਹੌਰ ਦੇ ਅਖਬਾਰਾਂ 'ਤੇ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਮੇਰੀ ਖੋਜ ਸੀ 1886 ਤੋਂ ਲੈ ਕੇ 1901 ਦੇ ਲਾਹੌਰ ਤੋਂ ਛਪਦੇ ਪੰਜਾਬੀ ਅਖਬਾਰਾਂ 'ਤੇ। ਉਹਦੇ ਵਿੱਚ ਇਹ ਕਾਰਨ ਦੱਸਿਆ ਹੋਇਆ। ਉਹ ਕਹਿੰਦਾ ਕਿ ਜਦੋਂ ਕਿਸੇ ਆਯੁਰਵੈਦਿਕ ਦੇ ਮਾਹਰ ਨੇ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਉਹਦੀ ਜਿਹੜੀ ਨਾਭੀ ਹੈ ਉਹਦੇ ਵਿੱਚ, ਕਿਉਂਕਿ ਸਾਡੇ ਕੋਲ ਇਲਾਜ ਪ੍ਰਣਾਲੀ ਤੇ ਅੱਜ ਵੀ ਮੈਨੂੰ ਪਤਾ ਕਿ ਜਿਹੜਾ ਹਿੰਦੁਸਤਾਨ ਦੇ ਪਿੰਡਾਂ ਦੀ ਹਾਲਤ ਹੈ, ਉਹਨਾਂ ਕੋਲੇ ਕੋਈ ਮੈਡੀਕਲ ਸਾਇੰਸ ਦਾ ਕੋਈ ਏਡਾ ਵੱਡਾ ਪੱਧਰ ਨਹੀਂ ਹੈ। ਅਸੀਂ ਸ਼ਹਿਰੀਆਂ ਕੋਲੇ ਤਾਂ ਹੈ। ਬੱਚੇ ਦੇ ਬਰਥ ਤੇ ਜਿਹੜੀ ਮੈਲ ਉਹਦੀ ਧੁੰਨੀ ਵਿੱਚ ਰਹਿ ਜਾਂਦੀ ਸੀ, ਉਹ ਸਮਾਂ ਪਾ ਕੇ ਜ਼ਹਿਰੀਲਾ ਮਾਦਾ ਬਣ ਜਾਂਦੀ ਸੀ। ਉਹ ਛੋਟੇ ਛੋਟੇ ਪਿਲਕਰਿਆਂ ਦੇ ਰੂਪ ਵਿੱਚ ਚਮੜੀ ਤੋਂ ਬਾਹਰ ਆਉਂਦੀ ਹੈ ਔਰ ਇਹ 5 ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ। ਸਾਡਾ ਸਾਰਿਆਂ ਦਾ ਤਜਰਬਾ, ਜੇ ਕਿਸੇ ਦੇ ਘਰ ਵਿੱਚ ਹੋਇਆ ਵੀ ਹੋਵੇ, ਇਹ ਸਮਾਲ ਪੌਕਸ 5 ਦਿਨਾਂ ਬਾਅਦ ਜਿਹੜਾ ਜ਼ਹਿਰ ਹੈ ਇਹ ਆਪਣੇ ਆਪ ਸੁੱਕ ਜਾਂਦਾ। ਭਾਰਤੀ ਲੋਕ ਕਿਉਂਕਿ ਹਰ ਗੱਲ ਨੂੰ ਕਾਰਨ ਨਹੀਂ ਲੱਭਦੇ, ਬੜੀ ਛੇਤੀ ਇਹਦਾ ਹੱਲ ਕੋਈ ਨਾ ਕੋਈ ਹੋਰ ਲੱਭ ਲੈਂਦੇ। ਔਰ ਇਹਨਾਂ ਨੇ ਕਿਹਾ ਜੀ ਇਹ ਕਹਿਰ ਹੋ ਗਿਆ। ਔਰ ਅੱਜ ਵੀ ਪੰਜਾਬ ਦੇ ਵਿੱਚ ਇੱਕ ਜਰਗ ਦਾ ਮੇਲਾ ਲੱਗਦਾ, ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਪੜ੍ਹਾਇਆ ਜਾਂਦਾ। ਜਰਗ ਦੇ ਮੇਲੇ ਤੇ ਕੀ ਹੁੰਦਾ, ਉੱਥੇ ਖੋਤਿਆਂ ਦੀ ਪੂਜਾ ਹੁੰਦੀ ਹੈ ਔਰ ਅੱਜ ਵੀ ਹੁੰਦੀ ਆ। ਖੋਤਿਆਂ ਨੂੰ ਲਾਲ ਫੁਲਕਾਰੀ ਦੇ ਕੇ ਗੁਲਗੁਲੇ ਚਾਰੇ ਜਾਂਦੇ ਨੇ। ਗੁਲਗੁਲੇ ਹੁੰਦੇ ਆ ਜਿਹੜਾ ਆਟੇ ਗੁੜ ਦੇ ਵਿੱਚ ਆਟਾ ਗੁੰਨ ਕੇ ਮੋਟੇ ਮੋਟੇ ਪਕਾ ਲਏ। ਪਕੌੜੇ ਬੰਦੇ ਖਾਂਦੇ ਨੇ ਤੇ ਗੁਲਗੁਲੇ ਗਧੇ ਖਾਂਦੇ ਨੇ। ਇਹਦੀ ਸਿੰਪਲ ਜੀ ਡੈਫੀਨੇਸ਼ਨ ਮੈਂ ਕਹਿ ਦਿੰਦਾ। ਉਹ ਖੋਤਿਆਂ ਨੂੰ ਰਿਸ਼ਵਤ ਦਿੱਤੀ ਗਈ ਕਿਉਂਕਿ ਜਿਹੜੀ ਮਿੱਥ ਕਥਾ ਕਿ ਜਿਹੜੀ ਇਹ ਮਾਤਾ ਜਿਹੜੀ ਨਿਕਲਦੀ ਆ ਨਾ, ਇਹ ਇੱਕ ਦੇਵੀ ਆ। ਦੇਵੀ ਦੀ ਸਵਾਰੀ ਖੋਤੇ ਦੀ ਆ। ਤੁਸੀਂ ਖੋਤੇ ਨੂੰ ਖੁਸ਼ ਕਰ ਲਓ ਤੇ ਤੁਹਾਡੇ ਘਰ 'ਚ ਬਿਮਾਰੀ ਨਹੀਂ ਆਊਗੀ। ਔਰ ਇਹ ਮੈਂ ਹੈਰਾਨ ਹੁੰਨਾ, 21ਵੀਂ ਸਦੀ ਵਿੱਚ ਜਾ ਕੇ ਵੀ ਸਾਡੇ ਬੋਰਡ ਦੀਆਂ ਕਲਾਸਾਂ ਵਿੱਚ 12ਵੀਂ ਜਮਾਤ ਦਾ ਬੱਚਾ 18 ਸਾਲਾਂ ਦਾ ਹੁੰਦਾ। 18 ਸਾਲਾਂ ਦੇ ਬੱਚੇ ਨੂੰ ਅਸੀਂ ਐਜੂਕੇਸ਼ਨ ਇਹ ਦੇ ਰਹੇ ਹਾਂ ਵੀ ਇਹ ਇੱਕ ਬਿਮਾਰੀ ਸੀ ਜਿਹੜੀ ਇੱਕ ਕਹਿਰ ਨਾਲ ਹੁੰਦੀ ਸੀ। ਜਿਹੜੀ ਦੇਵੀ ਸੀ ਉਹਦੀ ਖੋਤੇ ਦੀ ਸਵਾਰੀ ਸੀ। ਖੋਤੇ ਦੀ ਪੂਜਾ ਅੱਜ ਵੀ ਜਰਗ ਦੇ ਮੇਲੇ ਤੇ ਹੁੰਦੀ ਹੈ ਔਰ ਅੱਜ ਵੀ ਜਰਗ ਦਾ ਮੇਲਾ ਸਾਡੇ ਲੋਕ ਗੀਤਾਂ ਵਿੱਚ, ਸਾਡੀਆਂ ਬੋਲੀਆਂ 'ਚ ਮਸ਼ਹੂਰ ਹੈ। ਪਰ ਇਹਦੇ ਬਦਲਾਓ ਵਿੱਚ 21ਵੀਂ ਸਦੀ ਵਿੱਚ ਵੀ ਨਹੀਂ ਇਹ ਜੇ ਦੱਸਿਆ ਜਾ ਰਿਹਾ ਵੀ ਇਹਦਾ ਪਿੱਛੇ ਇੱਕ ਕਾਰਨ ਹੈ ਕਿ ਇਸੇ ਲਈ ਇਹ ਬਿਮਾਰੀ ਅੱਜ ਘਟ ਗਈ ਹੈ, ਕਿਉਂਕਿ ਹੁਣ ਸਾਡੀ ਇਲਾਜ ਪ੍ਰਣਾਲੀ ਬਹੁਤ ਐਡਵਾਂਸ ਚਲੀ ਗਈ ਆ। ਹੁਣ ਤੁਹਾਨੂੰ ਮਾਤਾ ਨਿਕਲਣ ਵਾਲੇ ਮਰੀਜ਼ ਪੰਜਾਬ 'ਚ ਨਹੀਂ ਲੱਭਣਗੇ। ਮਹਾਰਾਜਾ ਰਣਜੀਤ ਸਿੰਘ ਸਾਡਾ ਮਾਡਲ ਹੈ ਜਿਨ੍ਹਾਂ ਨੂੰ ਇਹ ਰੋਗ ਹੋਇਆ, ਕਿਉਂਕਿ ਉਹ ਵੀ ਉਸ ਪੀਰੀਅਡ ਵਿੱਚ ਉਹਨਾਂ ਦਾ ਬਰਥ ਹੋਇਆ ਜਦੋਂ ਡਾਕਟਰੀ ਇਲਾਜ ਪ੍ਰਣਾਲੀ ਬਿਲਕੁਲ ਹੀ ਪ੍ਰਾਇਮਰੀ ਸਟੇਜ ਦੇ ਵਿੱਚ ਸੀ ਔਰ ਕਿਸੇ ਨੂੰ ਸਮਝ ਨਹੀਂ ਸੀ। ਔਰ ਅੱਜ ਇਹ ਬਿਮਾਰੀ ਇਸ ਲਈ ਨਹੀਂ ਹੈ ਕਿਉਂਕਿ ਗਿਆਨ ਵਿਗਿਆਨ ਤਰੱਕੀ ਕਰ ਚੁੱਕਾ। ਪਰ ਅਜੇ ਵੀ ਐਜੂਕੇਸ਼ਨ ਪੱਖ ਦੇ ਵਿੱਚ ਪੋਜ਼ਿਟਿਵ ਦ੍ਰਿਸ਼ਟੀ ਤੋਂ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਇਹ ਜਿਹੜੇ ਅੰਧ ਵਿਸ਼ਵਾਸ ਸੀਗੇ, ਇਹ ਜਿਹੜੇ ਕਾਰਨ ਸੀ, ਗੁਰੂ ਸਾਹਿਬਾਂ ਨੇ 500 ਸਾਲ ਪਹਿਲਾਂ ਇਹਨਾਂ ਸਰਾਧਾਂ, ਵਰਤਾਂ, ਸੂਤਕਾਂ, ਪਾਤਕਾਂ, ਪੰਡਤਾਈ, ਹੰਕਾਰ, ਧਾਰਮਿਕ ਹਉਮੈ, ਅਡੰਬਰਵਾਦ, ਜਾਤ ਪਾਤ, ਨਸਲ, ਊਚ ਨੀਚ, ਰਾਗ, ਇਹ ਸਾਰੇ ਕਾਸੇ ਨੂੰ ਇਸ ਲਈ ਉਹਨਾਂ ਨੇ ਇੱਕ ਉਸ ਦ੍ਰਿਸ਼ਟੀ ਤੋਂ ਪੇਸ਼ ਕੀਤਾ ਕਿ ਕਿਉਂਕਿ ਮੁਗਲ ਰਾਜ ਦੇ ਵਿੱਚ ਰਾਗ ਗਾਉਣਾ ਮਨਾਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਭਲਿਓ ਮਾਨਸੋ, ਰਾਗ ਨਹੀਂ ਬੁਰਾ ਹੁੰਦਾ, ਤੁਸੀਂ ਜਿਸ ਸਾਜ਼ ਨੂੰ ਪੇਸ਼ ਕਰਦੇ ਹੋ ਨਾ ਤੁਹਾਡੀ ਭਾਵਨਾ ਮਾੜੀ ਹੁੰਦੀ ਆ। ਗੁੜ ਦਾ ਕੜਾਹ ਵੀ ਬਣ ਜਾਂਦਾ, ਗੁੜ ਦੀ ਚਾਹ ਵੀ ਬਣ ਜਾਂਦੀ ਆ, ਗੁੜ ਦੀ ਦਵਾਈ ਵੀ ਬਣ ਜਾਂਦੀ ਤੇ ਗੁੜ ਦੀ ਸ਼ਰਾਬ ਵੀ ਬਣ ਜਾਂਦੀ ਆ। ਇਹ ਬਣਾਉਣ ਵਾਲੇ ਤੇ ਨਿਰਭਰ ਹੈ ਕਿ ਗੁੜ ਦੇ ਉੱਤੋਂ ਕੀ ਬਣਾ ਰਿਹਾ ਹੈਗਾ। ਕਿਉਂਕਿ ਸਾਡੇ ਪੁਰਾਣੇ ਗੁਰਦੁਆਰਿਆਂ ਵਿੱਚ ਗੁੜ ਦਾ ਕੜਾਹ ਬਣਦਾ ਸੀ, ਖੰਡ ਤਾਂ ਸਾਡੀ ਕੱਲ੍ਹ ਦੀ ਗੱਲ ਹੈ, ਤੇ ਗੁੜ ਤੋਂ ਸ਼ਰਾਬ ਵੀ ਬਣਦੀ ਆ। ਇਹ ਤਾਂ ਹੁਣ ਬਣਾਉਣ ਵਾਲੇ ਤੇ ਨਿਰਭਰ ਹੈ। ਸਾਜ਼ ਦੇ ਨਾਲ ਗੰਦੇ ਗੀਤ ਵੀ ਗਾਏ ਜਾ ਸਕਦੇ ਨੇ ਤੇ ਸਾਜ਼ ਦੇ ਨਾਲ ਰੱਬ ਦੇ ਗੀਤ ਵੀ ਗਾਏ ਜਾ ਸਕਦੇ ਨੇ ਤੇ ਦੇਵੀ ਦਾ ਭਜਨ ਵੀ ਗਾਇਆ ਜਾ ਸਕਦਾ। ਸਾਜ਼ ਨੇ ਤਾਂ ਸਾਜ਼ ਹੀ ਰਹਿਣਾ। ਇਹ ਤਾਂ ਵਰਤਣ ਵਾਲੇ ਤੇ ਨਿਰਭਰ ਹੈ। ਗੁਰੂ ਪਾਤਸ਼ਾਹ ਨੇ ਮਾਨਸਿਕਤਾ ਬਦਲੀ ਹੈ ਕਿ ਰਾਗ ਨਹੀਂ ਮਾੜਾ, ਸ਼ਬਦ ਨਹੀਂ ਮਾੜਾ, ਭਾਸ਼ਾ ਨਹੀਂ ਮਾੜੀ, ਬੋਲ ਨਹੀਂ ਮਾੜੇ, ਪਹਿਰਾਵਾ ਨਹੀਂ ਮਾੜਾ,
ਤੁਸੀਂ ਇਹਦੀ ਸਦਵਰਤੋਂ ਕਰਨ ਦੀ ਜਾਚ ਸਿੱਖੋ। ਔਰ ਆਸਾ ਕੀ ਵਾਰ ਉਹ ਸੰਦੇਸ਼ ਹੈ ਜਿਹੜੀ ਰਾਗ ਤੋਂ ਲੈ ਕੇ, ਸ਼ੈਲੀ ਤੋਂ ਲੈ ਕੇ, ਗਾਉਣ ਕਲਾ ਤੋਂ ਲੈ ਕੇ, ਧੁਨੀ ਤੋਂ ਲੈ ਕੇ ਉਪਦੇਸ਼ਾਤਮਕ ਹੈ ਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਜਿਵੇਂ ਨਹਾ ਕੇ ਸਵੱਛ ਹੋ ਜਾਂਦਾ ਤੇ ਜੇ ਆਸਾ ਦੀ ਵਾਰ ਨੂੰ ਸਮਝ ਲਵੇ ਤੇ ਮੇਰੇ ਖਿਆਲ ਜਿਹੜਾ ਦਿਨ ਆ ਉਹਦਾ ਬੜਾ ਸੁੱਖ ਦਾ ਬਤੀਤ ਹੋਏਗਾ। ਫਿਰ ਮੰਗਲਵਾਰ ਹੋਵੇ, ਵੀਰਵਾਰ ਹੋਵੇ, ਸ਼ਨੀਵਾਰ ਹੋਵੇ, ਚਾਹੇ ਬਿੱਲੀ ਰਾਹ ਕੱਟ ਜੇ, ਚਾਹੇ ਕੁੱਤਾ ਕੰਨ ਫਿਟਕ ਜੇ, ਚਾਹੇ ਲੰਬੜਦਾਰ ਜਾਂ ਕੋਈ ਹੋਰ ਮੱਥੇ ਲੱਗ ਜੇ, ਚਾਹੇ ਖਾਲੀ ਟੋਕਰਾ ਮੱਥੇ ਲੱਗ ਜੇ, ਉਹਦੇ ਮਨ 'ਚ ਭਰਮ ਨਹੀਂ ਆਊਗਾ। ਇਸੇ ਲਈ ਰੋਜ਼ਾਨਾ ਪੜ੍ਹੀ ਜਾਂਦੀ ਆ। ਬੰਦਾ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਕਈ ਭਰਮ ਕਰਦਾ। ਅੱਜ ਕੱਲ੍ਹ ਤੇ ਰਾਤ ਨੂੰ ਚੈਨਲਾਂ ਦੇ ਉੱਤੇ 8 ਜਾਣੇ ਬੈਠੇ ਹੁੰਦੇ। ਇੱਕ ਬੰਗਾਲੀ ਬਾਬਾ, ਤੁਹਾਡੀ ਜੇ ਬਿਰਖ ਰਾਸ਼ੀ ਆ ਤੇ ਤੁਸੀਂ ਚੜ੍ਹਦੇ ਪਾਸੇ ਵੱਲ ਨਾ ਜਾਇਓ। ਉਹ ਭਲਿਓ ਮਾਨਸਿਓ, ਮੇਰਾ ਕਾਲਜੀ ਚੜ੍ਹਦੇ ਪਾਸੇ ਵੱਲ ਆ ਤੇ ਲਹਿੰਦੇ ਪਾਸੇ ਮੈਂ ਕਿੱਥੇ ਜਾਊਂਗਾ? ਉੱਧਰੋਂ ਮੈਂ ਐਬਸੈਂਟ ਹੋ ਜਾਊਂਗਾ, ਉੱਧਰੋਂ ਮੈਨੂੰ ਕਿਸੇ ਨੇ ਧੇਲਾ ਨਹੀਂ ਦੇਣਾ। ਤੁਹਾਡੀ ਦੁਕਾਨ ਹੀ ਲਹਿੰਦੇ ਪਾਸੇ ਵੱਲ ਹੈ। ਤੁਹਾਡੀ ਰਾਸ਼ੀ ਕੁੰਭ ਹੋ ਸਕਦੀ ਹੈ, ਪਰ ਤੁਹਾਡੇ ਵਪਾਰਕ ਦੁਕਾਨ ਹੀ ਲਹਿੰਦੇ ਪਾਸੇ ਵੱਲ ਹੈ। ਪਰ ਲਹਿੰਦੇ ਪਾਸੇ ਵੱਲ ਤੁਸੀਂ ਜਾਣਾ ਨਹੀਂ ਤੇ ਚੜ੍ਹਦੇ ਪਾਸੇ ਵੱਲ ਤੁਸੀਂ ਕਿਹਦੀ ਦੁਕਾਨ ਤੇ ਜਾਓਗੇ? ਇੱਧਰੋਂ ਤੁਹਾਡੀ ਦੁਕਾਨ ਬੰਦ ਹੋ ਗਈ, ਉੱਧਰੋਂ ਤੁਸੀਂ ਖੱਟਿਆ ਕੁਝ ਨਾ। ਜਦੋਂ ਇਹੋ ਜਿਹੀ ਮਾਨਸਿਕਤਾ ਹੋਵੇ, ਮੈਂ ਇਸੇ ਲਈ ਕਹਿੰਦਾ, ਕੱਲ੍ਹ ਅਸੀਂ ਕਿਰਤ ਦੀ ਗੱਲ ਇਸ ਲਈ ਕੀਤੀ ਹੈ। ਕਿਰਤੀ ਬੰਦਾ ਪਖੰਡੀ ਨਹੀਂ ਹੁੰਦਾ। ਕਿਰਤੀ ਬੰਦਾ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ। ਕਿਰਤੀ ਬੰਦੇ ਨੂੰ ਕਿਰਤ ਦੀ ਕਦਰ ਹੁੰਦੀ ਹੈ। ਕਿਰਤੀ ਬੰਦੇ ਨੂੰ ਪੈਸੇ ਦੀ ਕਦਰ ਹੁੰਦੀ ਹੈ। ਜਿਹੜਾ ਨਖੱਟੂ ਹੁੰਦਾ ਇਹ ਪਖੰਡ ਰੱਜ ਕੇ ਕਰੂਗਾ, ਲੋਕਾਂ 'ਚ ਅੰਧ ਵਿਸ਼ਵਾਸ ਰੱਜ ਕੇ ਫੈਲਾਊਗਾ, ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਜਿਹਨੇ ਛਾਵੇਂ ਬਹਿ ਕੇ ਲੁੱਟਣਾ ਉਹਨੂੰ ਪਖੰਡ ਰੱਜ ਕੇ ਕਰਨਾ ਪਏਗਾ। ਔਰ ਪਖੰਡਵਾਦ ਉਦੋਂ ਪੈਦਾ ਹੁੰਦਾ ਜਦੋਂ ਕਿਰਤੀ ਘਟ ਜਾਂਦੇ ਨੇ। ਇਹ ਸਾਰਾ ਪਖੰਡਵਾਦ ਕਿਰਤ ਤੋਂ ਭੱਜੇ ਹੋਏ ਲੋਕਾਂ ਨੇ ਪੈਦਾ ਕੀਤਾ। ਗੁਰੂ ਸਾਹਿਬ ਇਸ ਲਈ ਪ੍ਰੇਰਿਤ ਕਰਦੇ ਨੇ ਕਿ ਤੂੰ ਕਿਰਤ ਵੀ ਕਰ ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਨੂੰ ਪੜ੍ਹ, ਸੁਣ, ਜਪ, ਇਸ ਲਈ ਤਾਂ ਕਿ ਤੇਰਾ ਸਾਰਾ ਦਿਨ ਚੰਗੇ ਪੋਜ਼ਿਟਿਵ ਥਾਟ ਦੇ ਨਾਲ, ਆਸ਼ਾਵਾਦੀ ਨਜ਼ਰੀਏ ਦੇ ਨਾਲ ਲੰਘ ਜਾਵੇ। ਹੁਣ ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਚੰਗੇ ਤਰੀਕੇ ਨਾਲ ਆਪਨੇ ਸ਼ੁਰੂਆਤ ਜਿਹੜੀ ਦੁਨੀਆ ਬਾਰੇ ਔਰ ਰਾਗਾਂ ਬਾਰੇ, ਖਾਸ ਕਰਕੇ ਆਸਾ ਰਾਗ ਬਾਰੇ, ਅਸੀਂ ਵੀ 14 ਸੈਸ਼ਨ ਹੋ ਗਏ ਨੇ। 14 ਸੈਸ਼ਨਸ ਦੇ ਵਿੱਚ ਇਹ ਪਹਿਲੀ ਵਾਰ ਅੱਜ ਧੁਨੀ ਤੇ ਆਸਾ ਦੇ ਰਾਗ ਬਾਰੇ ਆਪ ਜੀ ਨੇ ਬੜੀ ਤਰਤੀਬ ਨਾਲ ਦੱਸਿਆ। ਔਰ ਸ਼ੁਰੂਆਤ ਉਹ ਕਹਿੰਦੇ ਨਾ, ਜਬ ਜਾਗੇ ਤਬੀ ਸਵੇਰਾ। ਔਰ ਕੋਈ ਵੀ ਸਵੇਰ ਅਗਰ ਤੁਸੀਂ ਇੰਟਲੈਕਚੁਅਲ ਵੇ ਨਾਲ ਸੋਚੋ ਤਾਂ ਕਿਸੇ ਸੂਰਜ ਦੀ ਮੁਹਤਾਜ ਨਹੀਂ ਹੈ, ਕਿਉਂਕਿ ਧਰਤੀ 'ਤੇ ਜਦੋਂ ਸੂਰਜ ਨਿਕਲਦਾ ਤਾਂ ਧਰਤੀ ਦੇ ਇੱਕ ਪਾਸੇ ਚਾਨਣ ਹੈ ਤੇ ਧਰਤੀ ਦੇ ਕਿਸੇ ਪਾਸੇ ਅੰਧੇਰਾ ਹੈ।